21 ਕਿਤਾਬਾਂ ਲਿਖਤੀਆਂ, ਪਰ ਜਦੋਂ ਤੁਸੀਂ ਅਕਸਰ ਕਹਿੰਦੇ ਵੀ ਮੈਂ ਤਾਂ ਜੀ ਅਨਪੜ੍ਹ, ਤਾਂ ਪਰ ਹੈਰਾਨੀ ਜੀ ਹੁੰਦੀ ਹੈ ਵੀ ਤੂੰ ਤਾਂ ਕਹਿੰਦਾ ਵੀ ਮੈਂ ਸਕੂਲ 'ਚ ਨਹੀਂ ਗਿਆ, ਇਹ ਤੂੰ ਇੰਨੀਆਂ ਕਿਤਾਬਾਂ ਕਿੱਦਾਂ ਲਿਖਤੀਆਂ ਤੇ ਫਿਰ ਤੈਨੂੰ ਇਨਾਮ ਇਹ ਕਿੱਦਾਂ ਮਿਲ ਗਿਆ? ਉਮਰ ਦਾ ਡਰ ਤਾਂ ਨਹੀਂ ਲੱਗਾ ਕਦੇ ਵੀ, ਕਿਉਂਕਿ ਮੈਂ ਦੇਖਿਆ ਵੀ ਮੌਤ ਦੇ ਕੰਢੇ ਤੋਂ ਹੋ ਕੇ ਮੈਂ ਕਈ ਵਾਰੀ ਮੁੜਿਆ। ਤੂੰ ਤੇਰਾ ਬਾਪ ਬੁੱਢਾ ਹੋਵੇਗਾ, ਤੇਰਾ ਦਾਦਾ ਬੁੱਢਾ ਹੋਵੇਗਾ, ਮੈਨੂੰ ਨਾ ਮੁੜ ਕੇ ਕਈ ਬੁੱਢਾ ਹੋ ਗਿਆ। ਮੈਂ ਅੱਜ ਤੰਦਰੁਸਤ ਹਾਂ। ਜਦੋਂ ਤੱਕ ਬੰਦਾ ਤੰਦਰੁਸਤ ਹੈ ਉਹਨੂੰ ਬੁੱਢਾ ਨਹੀਂ ਮੰਨਣਾ ਚਾਹੀਦਾ ਆਪਣੇ ਆਪ ਨੂੰ। ਉਹ ਮੈਨੂੰ ਕਈ ਲੋਕ ਕਹਿੰਦੇ ਨੇ ਇਹ ਸੱਪ ਦੀ ਹੱਡੀ ਵਾਲਾ ਹੈ। ਇੱਕ ਨੇ ਇਹ ਕਿਹਾ, ਦੂਜੇ ਨੇ ਇਹ ਕਿਹਾ ਵੀ ਇਹਨੂੰ ਤਾਂ ਜਰਮਨ ਦੀ ਸਟੀਲ ਲੱਗੀ ਹੋਈ ਹੈ ਇਹਦੇ ਸਰੀਰ ਨੂੰ। ਫਿਰ ਇਹ ਜਿਹੜਾ ਨਿੱਗਰ ਬਣਨਾ, ਹਾਂ, ਇਹ ਕਿਹੜੇ ਹਾਲਾਤਾਂ ਨੇ ਬਣਾਤਾ ਇਹਨਾਂ ਨਿੱਗਰ? ਇਹ ਮੁਸੀਬਤਾਂ ਨੇ। ਜਿਹੜੀ ਮੁਸੀਬਤ ਹੁੰਦੀ ਹੈ ਉਹ ਬੰਦੇ ਨੂੰ ਕੁੱਟ-ਕੁੱਟ ਕੇ ਠੀਕ ਕਰ ਦਿੰਦੀ ਹੈ। ਮੈਂ ਅਖੌਤੀ ਤੌਰ ਤੇ ਹਿੰਦੂ ਹਾਂ, ਪਰ ਮੈਂ ਇਨਸਾਨ ਹਾਂ। ਹਿੰਦੂ ਕੀ ਹੋਇਆ, ਸਿੱਖ ਕੀ ਹੋਇਆ? ਮੈਂ ਤੁਹਾਡੇ ਨਾਲ ਲੜ ਪਵਾਂ? ਪਰ ਇਹਨਾਂ ਨੇ ਮੇਰੇ ਮੂੰਹ ਗਾਲ ਨਿਕਲ ਚੱਲੀ ਸੀ ਤੇ ਚੱਲ ਮੈਂ ਕੱਢ ਦੇਣਾ। ਇਹਨਾਂ ਕੰਜਰਾਂ ਨੇ ਸਾਨੂੰ ਇੱਕ ਦੂਜੇ ਦੇ ਗਲ ਪਵਾ ਕੇ ਲੜਾਇਆ। ਨੂੰ ਜਵਾਬ ਦਿੱਤਾ, ਮੈਂ ਕਿਹਾ ਮੈਂ ਆਪਰੇਸ਼ਨ ਨਹੀਂ ਕਰਵਾਉਣਾ। ਉਹ ਕਹਿੰਦਾ ਕਿਉਂ ਨਹੀਂ ਕਰਵਾਉਣਾ? ਮੈਂ ਕਿਹਾ ਇੱਕੋ ਮੇਰੀ ਅੱਖ ਹੈ, ਜੇ ਉਹ ਵੀ ਜਾਂਦੀ ਰਹੀ ਤੇ ਮੇਰਾ ਲਿਖਣਾ ਵਿੱਚ ਹੀ ਵੜ ਜਾਏਗਾ ਤੇ ਅੰਨ ਪਾਣੀ ਵੀ ਮਿਲਣੋਂ ਹਟ ਜਾਏਗਾ। ਇੰਝ ਹੀ ਨਿਸਫਲ ਸਾਡੇ ਪਿਆਰ ਹੁੰਦੇ ਰਹਿਣਗੇ। ਅੱਜ ਵੀ ਸੁਕਰਾਤ ਦੇ ਵੀਰਾਂ ਲਈ ਹੈ ਜ਼ਹਿਰ ਹੀ, ਸੱਚ ਤੇ ਕਤੀਕ ਅਤਿਆਚਾਰ ਹੁੰਦੇ ਰਹਿਣਗੇ। ਰਾਜ ਕਰਨਾ ਹੈ ਗੰਡੋਇਆਂ ਨੇ, ਰਾਜ ਕਰਨਾ ਹੈ ਗੰਡੋਇਆਂ ਨੇ ਵੀ ਹਰ ਪਾਸੇ ਅਜੇ, ਕੋੜ ਕਿਰਲੇ ਜਾਦੇ ਅੱਗੇ ਲਿਆਉਣੇ ਨੇ ਅਜੇ। ਮੈਂ ਤੈਨੂੰ ਪਹਿਲਾਂ ਤਾਂ ਇਹ ਕਿਹਾ ਵੀ ਇਹ ਮੁੰਡੂ ਜਿਹਾ ਕਰੇਗਾ ਕੀ ਮੇਰੇ ਨਾਲ। ਅੱਛਾ, ਹੁਣ ਜਦੋਂ ਬੋਲਣ ਲੱਗਾ, ਇਹ ਬੋਲਣ ਤੋਂ ਹਟਣ ਨੂੰ ਦਿਲ ਨਹੀਂ ਕਰਦਾ ਇਹਦਾ, ਤੇ ਨਾ ਮੇਰਾ ਜਾਨ ਛਡਾਉਣ ਨੂੰ ਦਿਲ ਕਰਦਾ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਹਿਤ ਦੇ ਸੰਗ। ਸਾਹਿਤ ਦੇ ਸੰਗ ਦੀ ਜਦੋਂ ਪ੍ਰੋਗਰਾਮ ਦੇ ਸਿਲਸਿਲੇ 'ਚ ਅਸੀਂ ਕਿਸੇ ਸਾਹਿਤਕਾਰ ਦੇ ਨਾਲ ਮੁਲਾਕਾਤ ਕਰਦੇ ਹਾਂ ਤਾਂ ਅਕਸਰ ਹੁੰਦਾ ਕਿ ਉਹਨਾਂ ਦੀ ਜ਼ਿੰਦਗੀ ਦੇ ਉੱਤੇ, ਉਹਨਾਂ ਦੀ ਕਿਤਾਬਾਂ ਉੱਤੇ ਝਾਤ ਪਾਉਂਦੇ ਹਾਂ। ਤਾਂ ਕਈਆਂ ਨੇ ਤਾਂ ਕਲਮ ਦੇ ਨਾਲ ਜ਼ਿੰਦਗੀ ਨੂੰ ਖੂਬਸੂਰਤ ਕਰ ਲਿਆ ਲਿਖਤਾਂ ਦੇ ਨਾਲ, ਪਰ ਕਈਆਂ ਦੀ ਜ਼ਿੰਦਗੀ ਹੈ ਜਿਹੜੀ ਹਜੇ ਵੀ ਹੈ ਠੱਬਲ ਠੋਲੇ ਔਕੜਾਂ ਦੇ ਵਿੱਚ ਹੀ ਗੁਜ਼ਾਰਨੀ ਪੈਂਦੀ ਹੈ। ਲੇਖਕਾਂ ਨੇ ਲਿਖਿਆ ਤਾਂ ਬਹੁਤ ਕੁਝ ਹੁੰਦਾ, ਪਰ ਸਮੇਂ ਦੇ ਹਿਸਾਬ ਦੇ ਨਾਲ ਸਾਹਿਤਕ ਹਲਕਿਆਂ ਦੇ ਵਿੱਚ ਉਨੀ ਮਸ਼ਰੂਫੀਅਤ ਉਹਨਾਂ ਦੀ ਨਹੀਂ ਹੋ ਪਾਉਂਦੀ। ਸੋ ਦਰਦ ਵੀ ਹੁੰਦਾ ਕਿ ਜਦੋਂ ਇੰਨੀਆਂ ਕਿਤਾਬਾਂ ਲਿਖਣ ਵਾਲੇ, ਇੰਨਾ ਕੁਝ ਵੰਡਣ ਵਾਲੇ ਆਪ ਜਿਹੜੀ ਉਹ ਜ਼ਿੰਦਗੀ ਨੂੰ ਕਿਸ ਤਰੀਕੇ ਨਾਲ ਰੋੜਦੇ ਨੇ। ਸੋ ਅੱਜ ਜਿਸ ਸ਼ਖਸੀਅਤ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਉਣੀ ਆ, ਉਹਨਾਂ ਦੀ ਲਿਖਤ ਦਾ ਸਫ਼ਰ ਵੀ ਕਾਫੀ ਲੰਬਾ ਹੈ। ਹੱਲਿਆਂ ਦੇ ਵੇਲੇ ਉਹ ਚੜ੍ਹਦੇ ਪੰਜਾਬ ਵਿੱਚ ਆਉਂਦੇ ਨੇ ਅਤੇ ਉਸ ਤੋਂ ਬਾਅਦ ਲਗਾਤਾਰ ਜ਼ਿੰਦਗੀ ਦੀ ਔਕੜਾਂ ਹੰਢਾਉਂਦੇ ਹੋਏ ਅੱਗੇ ਵੱਧਦੇ ਚਲੇ ਜਾਂਦੇ ਨੇ। 1967 ਦੇ ਵਿੱਚ ਉਹਨਾਂ ਦੀ ਪਹਿਲੀ ਕਹਾਣੀਆਂ ਦੀ ਕਿਤਾਬ ਆਉਂਦੀ ਹੈ ਅਤੇ ਉਸ ਤੋਂ ਬਾਅਦ ਚੱਲ ਸੋ ਚੱਲ ਜਿਹੜਾ ਸਿਲਸਿਲਾ ਚੱਲਿਆ ਆ ਰਿਹਾ। ਜ਼ਿੰਦਗੀ ਨੂੰ ਵੀ ਹੰਢਾਇਆ, ਬੜੇ ਹੀ ਔਖੇ ਰਾਹਾਂ ਦੇ ਵਿੱਚੋਂ ਹੋ ਕੇ ਉਹ ਕਲਮ ਨੂੰ ਅੱਗੇ ਵਧਾਉਂਦੇ ਗਏ। ਸੋ ਅੱਜ ਅਸੀਂ ਉਹਨਾਂ ਨਾਲ ਮੁਲਾਕਾਤ ਕਰਨੀ ਆ ਅਤੇ ਉਹਨਾਂ ਦੀਆਂ ਜੋ ਗਜ਼ਲਾਂ ਲਿਖੀਆਂ ਨੇ, ਕਵਿਤਾਵਾਂ, ਕਹਾਣੀਆਂ, ਉਹਨਾਂ ਬਾਰੇ ਗੱਲਬਾਤ ਕਰਾਂਗੇ, ਪਰ ਨਾਲ ਦੀ ਨਾਲ ਉਹਨਾਂ ਦੇ ਜ਼ਿੰਦਗੀ ਦੇ ਸਫ਼ਰ ਦੀ ਗੱਲ ਵੀ ਕਰਾਂਗੇ। ਸੋ ਸਵਾਗਤ ਕਰ ਲੈਣ ਦਾ ਪ੍ਰੋਗਰਾਮ ਸਾਹਿਤ ਸੰਘ ਵਿੱਚ ਸ਼ਿਵਨਾਥ ਜੀ ਉਹਨਾਂ ਦਾ, ਅਤੇ ਗੱਲਾਂ ਬਾਤਾਂ ਕਰਦੇ ਹਾਂ। ਸ਼ਿਵਨਾਥ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਸਵਾਗਤ ਕਰ ਰਹੀ ਤੁਹਾਡਾ ਪ੍ਰੋਗਰਾਮ ਸਾਹਿਤ ਦੇ ਸੰਘ ਵਿੱਚ ਹੀ। ਅਤੇ ਕਾਫੀ ਲੰਮਾ ਕਹਿ ਦਈਏ, ਇੱਕ ਹਫ਼ਤਾ ਤਕਰੀਬਨ ਹੋ ਚੱਲਿਆ ਸੀ ਤੁਹਾਡੇ ਨਾਲ ਗੱਲਬਾਤ ਕਰਦਿਆਂ ਨੂੰ,
ਠੀਕ ਵੀ ਹੈ। ਸਮਾਂ ਮਿਲੇ ਤੁਹਾਡੇ ਕੋਲੋਂ ਠੀਕ ਤੇ ਅੱਜ ਚਲੋ ਤੁਸੀਂ ਸਮਾਂ ਦਿੱਤਾ। ਗੱਲ ਤੁਹਾਡੀਆਂ ਕਿਤਾਬਾਂ ਦੇਖੀਆਂ 21 ਦੇ ਕਰੀਬ ਤੁਸੀਂ ਕਿਤਾਬਾਂ ਲਿਖੀਆਂ ਨੇ, ਜਿਹਦੇ ਵਿੱਚ ਤਕਰੀਬਨ ਕਵਿਤਾ ਦੇ ਉੱਤੇ ਤੁਸੀਂ 10 ਕਿਤਾਬਾਂ ਲਿਖੀਆਂ ਨੇ, ਉਹ ਤੋਂ ਬਾਅਦ ਜੀਵਨੀ ਆ, ਸਵੈ ਜੀਵਨੀ ਵੀ ਆ, ਬਾਲ ਸਾਹਿਤ ਵੀ ਲਿਖਿਆ। ਸਫ਼ਰ ਤੁਹਾਡੀ ਕਲਮ ਦਾ ਬਹੁਤ ਲੰਮਾ, ਪਰ ਉਹਦੇ ਨਾਲ ਨਾਲ ਜ਼ਿੰਦਗੀ ਨੂੰ ਜਿਵੇਂ ਤੁਸੀਂ ਹੰਢਾਇਆ, ਉਹਦੀ ਕਹਾਣੀ ਵੀ ਵੱਖਰੀ ਹੈ ਇੱਕ ਤਰੀਕੇ ਦੇ ਨਾਲ। ਬੜਾ ਜਿਵੇਂ ਕਈ ਵਾਰ ਹੁੰਦਾ ਨਾ ਜ਼ਿੰਦਗੀ 'ਚ ਵੀ ਸੌਖਾ ਰਾਹ ਮਿਲ ਜਾਂਦਾ ਬੰਦਾ। ਅੱਜ ਕੱਲ੍ਹ ਲੇਖਕ ਕਾਲਜਾਂ 'ਚ ਪੜ੍ਹਦੇ ਨੇ, ਉੱਥੋਂ ਲਿਖਣਾ ਸ਼ੁਰੂ ਕਰਦੇ ਨੇ, ਪਰ ਤੁਸੀਂ ਜਦੋਂ ਕਹਿ ਦਿੰਦੇ ਹੋ ਵੀ ਮੈਂ ਤਾਂ ਅਨਪੜ੍ਹ ਹਾਂ, ਮੈਂ ਤਾਂ ਅਨਪੜ੍ਹ ਲੇਖਕ ਹਾਂ, 21 ਕਿਤਾਬਾਂ ਲਿਖਤੀਆਂ, ਪਰ ਜਦੋਂ ਤੁਸੀਂ ਅਕਸਰ ਕਹਿੰਦੇ ਵੀ ਮੈਂ ਤਾਂ ਜੀ ਅਨਪੜ੍ਹ ਹਾਂ, ਤਾਂ ਪਰ ਹੈਰਾਨੀ ਜਿਹੀ ਹੁੰਦੀ ਹੈ। ਮੈਨੂੰ ਬੜਾ ਵਕਤ ਪਿਆ ਉਸ ਵਕਤ ਜਦੋਂ ਭਾਸ਼ਾ ਵਿਭਾਗ ਨੇ ਮੈਨੂੰ ਸ਼੍ਰੋਮਣੀ ਪੰਜਾਬੀ ਕਵੀ ਦਾ ਅਵਾਰਡ ਦਿੱਤਾ। ਤੇ ਦੋਸਤ ਮੇਰੇ ਗੱਲ ਪੈ ਗਿਆ ਵੀ ਤੂੰ ਤਾਂ ਕਹਿੰਦਾ ਵੀ ਮੈਂ ਸਕੂਲ 'ਚ ਨਹੀਂ ਗਿਆ, ਇਹ ਤੂੰ ਇੰਨੀਆਂ ਕਿਤਾਬਾਂ ਕਿੱਦਾਂ ਲਿਖਤੀਆਂ ਤੇ ਫਿਰ ਤੈਨੂੰ ਇਨਾਮ ਇਹ ਕਿੱਦਾਂ ਮਿਲ ਗਿਆ? ਉਹ ਕਿਹੜੇ ਤੂੰ ਮੈਂ ਕੰਮ ਕੀਤਾ ਇਨਾਮ ਲੈਣ ਵਾਲਾ? ਤੂੰ ਕੋਈ ਨਾ ਕੋਈ ਹੇਰਾ ਫੇਰੀ ਜ਼ਰੂਰ ਕੀਤੀ ਹੋਣੀ ਹੈ। ਤੇ ਮੈਨੂੰ ਫਿਰ ਇਹ ਦੱਸਣ ਲਈ ਆਹ ਕਿਤਾਬ ਲਿਖਣੀ ਪਈ, ਮੇਰਾ ਜੀਵਨ। 2 ਹਿੱਸਿਆਂ 'ਚ ਤੁਸੀਂ ਇਹ ਕਿਤਾਬ ਲਿਖੀ। ਇਹ ਪਹਿਲਾ ਹਿੱਸਾ ਹੈ। ਜਦ ਪਹਿਲਾ ਹਿੱਸਾ ਇੱਕ ਬੰਦੇ ਨੇ ਪੜ੍ਹੀ, ਉਹ ਕਹਿੰਦਾ ਤੂੰ ਅੱਗੇ ਕਿਉਂ ਨਹੀਂ ਚੱਲਦਾ? ਤੂੰ ਇਹ ਤਾਂ ਦੱਸਦਾ ਵੀ ਤੂੰ ਇਹ ਕਿੰਨਾ ਕੁਝ ਹੰਢਾਇਆ, ਤੂੰ ਇਹ ਤਾਂ ਇੱਕ ਵੀ ਸ਼ਬਦ ਨਹੀਂ ਦੱਸ ਸਕਿਆ ਸਾਨੂੰ ਵੀ ਤੂੰ ਸਾਹਿਤਕਾਰ ਕਿੱਦਾਂ ਬਣ ਗਿਆ। ਫਿਰ ਮੈਨੂੰ ਦੂਜਾ ਹਿੱਸਾ ਲਿਖਣਾ ਪਿਆ, ਸਵੈ ਜੀਵਨੀ ਭਾਗ 2। ਤੇ ਲਿਖ ਤੁਸੀਂ ਹਜੇ ਚੰਗੀ ਪਹਿਲਾਂ ਦਿੱਤੀ, ਹਜੇ ਉਹ ਤੋਂ ਬਾਅਦ ਵੀ 16-17 ਸਾਲ ਲੰਘ ਗਏ ਜ਼ਿੰਦਗੀ ਦੇ। ਆਹੋ ਫਿਰ ਇਹ ਗੱਲ ਦਾ ਡਰ ਸੀ ਹੈ ਵੀ ਕਿਤੇ ਉਮਰ ਦਾ ਕੀ ਪਤਾ ਲੱਗਦਾ ਹੈ, ਇੱਕਦਮ ਹੀ ਬੰਦਾ ਉਹ ਨਹੀਂ, ਮੈਨੂੰ ਇੰਨਾ ਉਮਰ ਦਾ ਡਰ ਤਾਂ ਨਹੀਂ ਲੱਗਾ ਕਦੇ ਵੀ, ਕਿਉਂਕਿ ਮੈਂ ਦੇਖਿਆ ਵੀ ਮੌਤ ਦੇ ਕੰਢੇ ਤੋਂ ਹੋ ਕੇ ਮੈਂ ਕਈ ਵਾਰੀ ਮੁੜਿਆ ਤੇ ਮੈਂ ਕਿਹਾ ਵੀ ਉਦੋਂ ਜ਼ਿਆਦਾ ਹੁਣ ਮੈਨੂੰ ਕਿਤੇ ਖਤਰਾ ਨਹੀਂ। ਜਿਹੜੇ ਖਤਰੇ ਸਨ ਉਹਨਾਂ ਚੋਂ ਮੈਂ ਲੰਘ ਚੁੱਕਾ। ਹੁਣ ਵੀ ਲੋਕ ਕਹਿੰਦੇ ਨੇ ਹੁਣ ਕੈ ਸਾਲ ਹੋ ਗਏ, ਕਿੰਨੀ ਉਮਰ ਹੋ ਗਈ? ਮੈਂ ਕਿਹਾ ਤੁਸੀਂ ਕੀ ਲੈਣਾ, ਟੀਂਡੀਆਂ ਲੈਣੀਆਂ ਨੇ ਸਾਲਾਂ ਤੋਂ, ਤੁਸੀਂ ਮੈਨੂੰ ਦੱਸੋ। ਉਹ ਕਹਿੰਦਾ ਹੁਣ ਬੁਢਾਪੇ 'ਚ ਦੱਸੋ। ਮੈਂ ਕਿਹਾ ਬੁੱਢਾ ਹੋਵੇਂਗਾ ਤੂੰ, ਤੇਰਾ ਬਾਪ ਬੁੱਢਾ ਹੋਵੇਗਾ, ਤੇਰਾ ਦਾਦਾ ਬੁੱਢਾ ਹੋਵੇਗਾ, ਮੈਨੂੰ ਨਾ ਮੁੜ ਕੇ ਕਈ ਬੁੱਢਾ ਹੋ ਗਿਆ। ਮੈਂ ਅੱਜ ਤੰਦਰੁਸਤ ਹਾਂ। ਜਦੋਂ ਤੱਕ ਬੰਦਾ ਤੰਦਰੁਸਤ ਹੈ ਉਹਨੂੰ ਬੁੱਢਾ ਨਹੀਂ ਮੰਨਣਾ ਚਾਹੀਦਾ ਆਪਣੇ ਆਪ ਨੂੰ। ਤੇ ਜਿਵੇਂ ਤੁਸੀਂ ਦੱਸਿਆ ਵੀ 12 ਸਾਲ ਦੀ ਤੁਹਾਡੀ ਉਮਰ ਸੀ ਜਦੋਂ ਤੁਸੀਂ ਪਾਕਿਸਤਾਨ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ 'ਚ ਆਏ। ਠੀਕ ਹੈ। ਤੇ ਤੁਹਾਡੇ ਫਾਦਰ ਸਾਹਿਬ ਵੀ ਉਦੋਂ ਨਹੀਂ ਸੀ, ਡੈਥ ਹੋ ਗਈ ਸੀ। ਤੇ ਕਿੰਨਾ ਔਖਾ ਲੱਗਿਆ ਆ ਕੇ ਜ਼ਿੰਦਗੀ ਨੂੰ ਮੁੜ ਤੋਂ ਲੀਹ ਤੇ ਲੈ ਕੇ ਆਉਣਾ? ਇੱਕ ਗੱਲ ਹੈ, ਦੇਖੋ ਮੈਂ ਜੇ ਅੱਜ ਤੰਦਰੁਸਤ ਹਾਂ ਤੇ ਉਹਨਾਂ ਮੁਸੀਬਤਾਂ ਨੇ ਮੈਨੂੰ ਤੰਦਰੁਸਤ ਰੱਖਿਆ ਹੋਇਆ, ਕਿਉਂਕਿ ਉਹ ਮੈਨੂੰ ਕਈ ਲੋਕ ਕਹਿੰਦੇ ਨੇ ਇਹ ਸੱਪ ਦੀ ਹੱਡੀ ਵਾਲਾ। ਇੱਕ ਨੇ ਇਹ ਕਿਹਾ, ਦੂਜੇ ਨੇ ਇਹ ਕਿਹਾ ਵੀ ਇਹਨੂੰ ਤਾਂ ਜਰਮਨ ਦੀ ਸਟੀਲ ਲੱਗੀ ਹੋਈ ਹੈ ਇਹਦੇ ਸਰੀਰ ਨੂੰ। ਤੇ ਮੈਂ ਉਹਨੂੰ ਪੁੱਛ ਬੈਠਾ, ਮੈਂ ਕਿਹਾ ਤੈਨੂੰ ਕਦੀ ਸਟੀਲ ਲੱਗੀ ਹੈ? ਕਹਿੰਦਾ ਮੈਨੂੰ ਤਾਂ ਜਮਸ਼ੇਦਪੁਰ ਦੀ ਉਹ ਦੇਗ ਨਾਲ ਬਣਿਆ ਹੋਇਆ ਮੈਂ। ਤੇ ਬੜਾ ਮੈਨੂੰ ਆਪਣੇ ਆਪ ਤੇ ਫਖਰ ਹੁੰਦਾ ਤੇ ਹਾਸਾ ਵੀ ਆਉਂਦਾ ਵੀ ਲੋਕ ਜਿਹੜੇ ਨੇ ਉਹ ਮੇਰੇ ਤੋਂ ਕੁਝ ਸਿੱਖ ਰਹੇ ਨੇ, ਮੇਰੇ ਤੇ ਰਸ਼ਕ ਕਰ ਰਹੇ ਨੇ, ਜਦੋਂ ਕਿ ਆਮ ਲੋਕਾਂ ਦੇ ਵਾਸਤੇ ਮੈਂ ਇੱਕ ਬੜਾ ਟੁੱਟਿਆ ਜਿਹਾ ਜ਼ਿੰਦਗੀ ਤੋਂ ਬੰਦਾ ਲੱਗਦਾ। ਪਰ ਮੈਂ ਤਾਂ ਇੰਨਾ ਨਿੱਘਰ ਹਾਂ
ਉਹ ਤਾਂ ਬਿਲਕੁਲ ਖੋਖਲੇ ਬੰਦਿਆਂ ਨਾਲ ਮੈਂ ਮੁਲਾਕਾਤ ਕਰ ਰਿਹਾ। ਫਿਰ ਇਹ ਜਿਹੜਾ ਨਿੱਗਰ ਬਣਨਾ, ਹਾਂ, ਇਹ ਕਿਹੜੀ ਹਾਲਾਤਾਂ ਨੇ ਬਣਾਤਾ ਇਹਨਾਂ ਨਿੱਗਰ? ਇਹ ਮੁਸੀਬਤਾਂ ਨੇ। ਜਿਹੜੀ ਮੁਸੀਬਤ ਹੁੰਦੀ ਹੈ ਉਹ ਬੰਦੇ ਨੂੰ ਕੁੱਟ-ਕੁੱਟ ਕੇ ਠੀਕ ਕਰ ਦਿੰਦੀ ਹੈ। ਜਿੱਦਾਂ ਸੱਟਾਂ ਪੈਂਦੀਆਂ ਨਾ ਲੋਹੇ ਤੇ, ਪਹਿਲਾਂ ਲੋਹਾ ਇੰਨਾ ਪੱਕਾ ਨਹੀਂ ਹੁੰਦਾ, ਜਦੋਂ ਉਹ ਕੁੱਟ-ਕੁੱਟ ਕੇ ਨਿੱਗਰ ਬਣਦਾ ਨਾ। ਕਦੀ ਤੁਸੀਂ ਆਹ ਪਲਸਤਰ ਦੇ ਮਕਾਨ ਤਾਂ ਦੇਖੇ ਨੇ ਬਹੁਤ ਜੀ, ਕਦੇ ਮਿਸਤਰੀ ਨੂੰ ਦੇਖਿਆ ਵੀ ਕੀ ਕਰਦਾ? ਪਲਸਤਰ ਜਿਹੜਾ ਉਹ ਜਦੋਂ ਲਾ ਰਿਹਾ ਹੁੰਦਾ ਕੰਧ ਨੂੰ, ਉਹ ਐਵੇਂ ਨਹੀਂ ਛੱਡ ਰਿਹਾ ਹੁੰਦਾ, ਉਹਨੂੰ ਕੁੱਟਦਾ ਚੰਗੀ ਤਰ੍ਹਾਂ। ਤੇ ਇਸ ਕਰਕੇ ਬੰਦੇ ਦੀ ਵੀ ਇਹੀ ਹਕੀਕਤ ਹੈ। ਜੀ, ਤੇ ਜਿਵੇਂ ਤੁਹਾਡੀ ਕਿਤਾਬ ਜਿਹੜੀ ਤੁਸੀਂ ਮੇਰਾ ਜੀਵਨ ਦੂਜਾ ਭਾਗ ਲਿਖਿਆ, ਉਹਦੇ 'ਚ ਅਖੀਰ 'ਚ ਇੱਕ ਲਾਈਨ ਜਿਹੜੀ ਸਭ ਤੋਂ ਸਰਵਰਕ ਤੇ ਆ, ਇਹ ਸੜਕਾਂ ਘਰ ਨੇ ਮੇਰੇ, ਰੁੱਖ ਮੇਰੇ ਲਿਖਣ ਕਮਰੇ ਨੇ, ਤੇ ਮੇਜ਼ਾਂ ਕੁਰਸੀਆਂ ਫੁੱਟਪਾਥ, ਜਿੱਥੇ ਬਹਿ ਕੇ ਪੜ੍ਹਦਾ ਹਾਂ ਜਾਂ ਕੋਈ ਗੀਤ ਘੜਦਾ ਹਾਂ। ਅਸਲ 'ਚ ਹੁੰਦਾ ਜਦੋਂ ਕਈ ਲੇਖਕ ਨੇ ਨਾ, ਤਾਂ ਉਹਨਾਂ ਦੇ ਲਿਖਣ ਵਾਲੇ ਕਮਰੇ ਬਣੇ ਹੁੰਦੇ ਨੇ। ਕੋਈ ਕਹਿੰਦਾ ਮੈਂ ਪਹਾੜਾਂ 'ਚ ਜਾ ਕੇ ਲਿਖਦਾ, ਕੋਈ ਸਮਾਂ ਕੱਢ ਕੇ ਕਿਤੇ ਜਾਂਦਾ, ਕਿਸੇ ਨੇ ਆਪਣਾ ਅੱਡ ਤੋਂ ਕਮਰਾ ਬਣਾਇਆ ਹੁੰਦਾ, ਕਿਸੇ ਦੀ ਹੁੰਦਾ ਵੀ ਆਹ ਮੇਰਾ ਕੁਰਸੀ ਮੇਜ਼ ਇੱਥੇ ਬੈਠ ਕੇ ਲਿਖਦਾ। ਪਰ ਜਿਹੜਾ ਤੁਹਾਡਾ ਲਿਖਣ ਦਾ ਸਫ਼ਰ ਹੈ, ਇੱਕ ਤਾਂ ਤੁਸੀਂ ਅਕੈਡਮਿਕ ਸਟੱਡੀ ਨਹੀਂ ਕੀਤੀ, ਸਕੂਲੇ ਨਹੀਂ ਗਏ, ਫਿਰ ਇਹ ਲਿਖਣਾ ਕਿੱਦਾਂ ਸ਼ੁਰੂ ਹੋ ਗਿਆ? ਇਹ ਕਿੱਦਾਂ ਸਬੱਬ ਬਣ ਗਿਆ ਵੀ ਮੈਂ ਲਿਖਾਂ ਕੁਝ? ਇਹ ਲਿਖਣਾ ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਵੀ ਮੇਰੇ ਅੰਦਰ ਇਹ ਇੱਕ ਚਿਣਗ ਬਲਦੀ ਸੀ ਵੀ ਮੈਂ ਕੁਝ ਨਾ ਕੁਝ ਬੋਲਣਾ ਖੜ ਕੇ, ਜਿਵੇਂ ਲੋਕ ਖੜ ਕੇ ਬੋਲਦੇ ਨੇ। ਸਾਧਨ ਕੋਈ ਨਹੀਂ ਸੀ ਜੀ। ਪਹਿਲਾਂ ਮੈਂ ਕਮਿਊਨਿਸਟਾਂ ਦੇ ਵਿੱਚ ਟੰਗ ਅੜਾਉਣੀ ਸ਼ੁਰੂ ਕੀਤੀ, ਤੇ ਉਹਨਾਂ ਦੇ ਸਟੇਜਾਂ ਦੇ ਉੱਤੇ ਵੀ ਬੋਲਿਆ। ਤੇ ਮੇਰੇ ਬਾਰੇ ਇਹ ਸੀ, ਉਸ ਜਿਹੜਾ ਕਸਬੇ ਵਰਗਾ ਸ਼ਹਿਰ ਸੀ, ਉਹ ਕਹਿੰਦਾ ਇਹ ਬਸੀ ਦੇ ਲਾਲਿਆਂ ਨੂੰ ਵਕਤ ਪਾਵੇਗਾ ਚੰਗੀ ਤਰ੍ਹਾਂ। ਨਾ ਮੈਂ ਵਕਤ ਪਾ ਸਕਿਆ, ਇਹ ਵੱਖਰੀ ਗੱਲ ਹੈ, ਪਰ ਮੇਰਾ ਦਬਦਬਾ ਜਿਹੜਾ ਨਾ, ਮੈਂ ਸਮਝਦਾ ਵੀ ਇਹ ਵੀ ਮੇਰਾ ਜ਼ਿੰਦਗੀ ਦਾ ਬੜਾ ਉਹ ਇੱਕ ਦੇਣ ਆ ਜ਼ਿੰਦਗੀ ਦੀ ਮੈਨੂੰ, ਕਿ ਮੈਂ ਘਬਰਿਆ ਕਦੇ ਨਹੀਂ। ਇੱਥੇ ਹੁਣ ਕਈ ਵਾਰੀ ਇਹ ਟੱਬਰ ਵੀ ਸਾਡਾ ਜਿਹੜਾ ਨਾ ਉਦਾਸ ਹੋ ਜਾਂਦਾ ਵੀ ਸਾਰੀ ਉਮਰ ਕੰਮ ਕਰਕੇ ਕੀ ਪ੍ਰਾਪਤ ਕੀਤਾ। ਉਹ ਮੈਂ ਤਾਂ ਬੜਾ ਕੁਝ ਪ੍ਰਾਪਤ ਕੀਤਾ। ਮੇਰੇ ਕੋਲ ਤੁਸੀਂ ਆ ਮੇਰੀਆਂ ਗੱਲਾਂ ਸੁਣ ਰਹੇ ਹੋ, ਹੋਰ ਮੈਂ ਕੀ ਲੈਣਾ? ਚਲੋ ਜੀ, ਅਸੀਂ ਕਤਰੇ ਸਹੀ। ਹਾਂ, ਕਤਰੇ। ਸੰਤੋਖ ਸਿੰਘ ਧੀਰ ਨੇ ਅਖੀਰ 'ਚ ਤੁਹਾਡੀ ਕਿਤਾਬ ਦੇ ਬਾਰੇ, ਤੁਹਾਡੇ ਬਾਰੇ ਚੰਦ ਜਿਹੜੀਆਂ ਲਾਈਨਾਂ ਲਿਖੀਆਂ ਨੇ, ਪਰ ਸ਼ਾਇਦ ਉਹ ਕੁਝ ਕੁ ਜਿਹੜੀਆਂ ਲਾਈਨਾਂ ਨੇ ਤੁਹਾਡੀ ਪੂਰੀ ਜ਼ਿੰਦਗੀ ਦੀ ਤਸਵੀਰ ਨੂੰ ਪੇਸ਼ ਕਰਦੀਆਂ ਨੇ। ਉਹ ਮੈਂ ਕਹਿੰਦਾ ਉਹ ਕਤਰੇ ਸਹੀ ਜਿਹੜਾ ਨਾ, ਮੇਰਾ ਹੁਣ ਵਾਹ ਜਿਹੜਾ ਨਾ, ਉਹ ਪੜ੍ਹਿਆ ਲਿਖਿਆ ਨਾਲ ਪੈਂਦਾ ਹਮੇਸ਼ਾ। ਅਸੀਂ ਕਤਰੇ ਸਹੀ ਪਰ ਭਾਗ ਹਾਂ ਡੂੰਘੇ ਸਮੁੰਦਰ ਦਾ, ਜੋ ਲੱਖਾਂ ਸਾਲ ਤੋਂ ਬਦਲਾਂ ਨੂੰ ਦਿੰਦਾ ਆ ਰਿਹਾ ਪਾਣੀ, ਮਗਰ ਖਾਲੀ ਨਹੀਂ ਹੋਇਆ ਤੇ ਨਾ ਹੋਣਾ ਕਦੇ ਉਸਨੇ। ਅਸੀਂ ਕਿਣਕੇ ਸਹੀ, ਅਸੀਂ ਕਿਣਕੇ ਸਹੀ ਪਰ ਭਾਗ ਹਾਂ ਸਾਰੀ ਪ੍ਰਿਥਵੀ ਦਾ, ਜਿਹਦੇ ਉੱਤੋਂ ਹਜ਼ਾਰਾਂ ਟਨ ਦੇ ਭਾਰੀ ਵਾਹਣ ਲੰਘਦੇ ਨੇ, ਮਗਰ ਥੱਕੀ ਨਹੀਂ ਹਾਲੇ ਤੇ ਨਾ ਹੀ ਥੱਕਣਾ ਉਹਨੇ।
ਅਸੀਂ ਚਿਣਗਾ ਸਹੀ, ਅਸੀਂ ਚਿਣਗਾ ਸਹੀ, ਸਾਡੇ 'ਚ ਹੈ ਪਰ ਅੱਗ ਸੂਰਜ ਦੀ, ਸੂਰਜ ਦੀ, ਜਿਹਦੇ ਬਾਝੋਂ ਕਿਸੇ ਵੀ ਥਾਂ ਕਦੇ ਚਾਨਣ ਨਹੀਂ ਹੁੰਦਾ ਤੇ ਨਾ ਜੀਵਨ ਮਚਲਦਾ ਹੈ, ਤੇ ਜਿਸ ਦੀ ਤਾਪ ਸ਼ਕਤੀ ਨਾਲ ਹੀ ਸੰਸਾਰ ਚੱਲਦਾ ਹੈ। ਅਸੀਂ ਕਤਰੇ ਸਹੀ, ਕਿਣਕੇ ਸਹੀ ਭਾਵੇਂ, ਮਗਰ ਅਹਿਸਾਸ ਹੈ ਸਾਨੂੰ ਸਾਡੇ ਤੋਂ ਬਿਨਾਂ ਕਿਧਰੇ ਕਿਸੇ ਨੂੰ ਸਾਹ ਨਹੀਂ ਆਉਂਦਾ, ਕਿਸੇ ਨੂੰ ਸਾਹ ਨਹੀਂ ਆਉਂਦਾ, ਨਾ ਸਾਡੇ ਤੋਂ ਬਿਨਾਂ ਹੁੰਦਾ ਹੈ ਕਿਧਰੇ ਨਾ ਹੀ ਆਤੀ ਦਾ, ਸਾਡੇ ਤੋਂ ਬਿਨਾਂ ਕਿਹੜਾ ਹੈ ਕਿਧਰੇ ਥਾਂ ਹੀ ਆਤੀ ਦਾ। ਬਸ ਗੱਲ ਇਹ ਹੈ ਵੀ ਕਿ ਹਰ ਇੱਕ ਚੀਜ਼ ਹੈ ਜਿਹੜੀ ਉਹ ਕਿਣਕਾ ਕਿਣਕਾ, ਕਤਰਾ ਕਤਰਾ, ਤੁਪਕਾ ਤੁਪਕਾ ਕਰਕੇ ਬਣਦੀ ਹੈ। ਪਰ ਅਸਲ 'ਚ ਜਦੋਂ ਇਹ ਛੋਟੀ ਜਿਹੜੀ ਇਕਾਈ ਆ, ਬੰਦਾ ਇਹਦੀ ਕਦਰ ਨਹੀਂ ਕਰਦਾ। ਉਹ ਕਰਦਾ ਜਦੋਂ ਕਤਰੇ ਨਾਲ ਸਮੁੰਦਰ ਭਰ ਜਾਂਦਾ ਤਾਂ ਉਹ ਸਮੁੰਦਰ ਦੇ ਅਲੰਕਾਰ ਵਰਤਦਾ, ਕਤਰਿਆਂ ਨੂੰ ਕੁਝ ਨਹੀਂ ਸਮਝਦਾ। ਨੇ ਕਹਿ ਦਈਏ ਹਰੇਕ ਚੀਜ਼ ਤੇ ਇਹ ਇੱਕ ਮਨੁੱਖੀ ਸੋਚ ਬਿਰਤੀ ਹੈ ਵੀ ਸ਼ਾਇਦ ਉਹ ਛੋਟੇ ਦੀ ਕਦਰ ਕਰਨੀ ਨਹੀਂ ਜਾਣਦਾ। ਪਰ ਦੇਖੋ, ਮੈਂ ਹੁਣ ਇਹਦੇ ਵਿੱਚ ਆ ਨਵੀਂ ਕਿਤਾਬ ਹੈ ਇਹ ਭੂਮੀ ਪੂਜਨ ਦੀ, ਭੂਮੀ ਪੂਜਨ ਦੀ, ਉਹ ਮੈਂ ਕਿਹਾ ਵੀ ਹਿੰਦੁਸਤਾਨ ਜਿਹੜਾ ਮੇਰਾ ਜਾਗ ਰਿਹਾ। ਇਹਦਾ ਸਰ ਭੂਮੀ ਪੂਜਨ ਸ਼ਿਵਨਾਥ ਜੀ ਦੀ ਜਿਹੜੀ ਹਾਲ ਹੀ ਵਿੱਚ ਦੀ ਕਿਤਾਬ ਆਈ ਹੈ, ਹਜੇ ਮੈਂ ਕਹਿੰਦਾ ਵੀ ਮਹੀਨੇ 2 ਮਹੀਨੇ ਹੋਏ ਜੀ ਇਹਨੂੰ, ਹਜੇ ਇਹ 2021 ਦੇ ਵਿੱਚ, ਹਾਲ ਹੀ ਦੇ ਵਿੱਚ। ਕਿਉਂਕਿ ਇਹ ਅਸਲ ਦੇ ਵਿੱਚ ਜਦੋਂ ਨਾ ਆਪਾਂ ਦੇਖਦੇ ਹਾਂ ਭੂਮੀ ਪੂਜਨ, ਇਹਦਾ ਕਹਿਣਾ ਵੀ ਅਸਲ 'ਚ ਭੂਮੀ ਦੀ ਪੂਜਾ ਕੌਣ ਕਰ ਰਿਹਾ, ਤਾਂ ਤਸਵੀਰ ਹੈ ਜਿਹੜੀ ਸਭ ਤੋਂ ਮੂਹਰੇ ਲੱਗੀ ਹੋਈ ਹੈ, ਉਹ ਸਾਰੀ ਚੀਜ਼ ਬਿਆਨ ਕਰਦੀ ਹੈ। ਕਿਉਂ ਲਿਖਣ ਦੀ ਲੋੜ ਪਈ ਸ਼ਿਵਨਾਥ ਜੀ ਕਿਤਾਬ? ਨਾ ਕਿਉਂ ਰੱਖੇ ਭੂਮੀ ਪੂਜਨ? ਨਾ ਇਸ ਕਰਕੇ ਰੱਖਿਆ, ਮੈਨੂੰ ਆ ਜਿਹੜਾ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਜਿਹੜਾ ਮੋਦੀ ਸਾਹਿਬ ਆਇਆ ਸਾਡਾ, ਇਹਨੇ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਮੈਂ ਵਿਰੋਧ ਹਾਂ। ਮੈਂ ਅਖੌਤੀ ਤੌਰ ਤੇ ਹਿੰਦੂ ਹਾਂ, ਪਰ ਮੈਂ ਇਨਸਾਨ ਹਾਂ। ਹਿੰਦੂ ਕੀ ਹੋਇਆ, ਸਿੱਖ ਕੀ ਹੋਇਆ? ਮੈਂ ਤੁਹਾਡੇ ਨਾਲ ਲੜ ਪਵਾਂ? ਪਰ ਇਹਨਾਂ ਨੇ ਇਹ ਮੇਰੇ ਮੂੰਹ ਗਾਲ ਨਿਕਲ ਚੱਲੀ ਸੀ ਤੇ ਚੱਲ ਮੈਂ ਕੱਢ ਦੇਣਾ। ਇਹਨਾਂ ਕੰਜਰਾਂ ਨੇ ਸਾਨੂੰ ਇੱਕ ਦੂਜੇ ਦੇ ਗਲ ਪਵਾ ਕੇ ਲੜਾਇਆ। ਲੱਖਾਂ ਲੋਕ ਜਿਹੜੇ ਅਸੀਂ ਉੱਠ ਕੇ ਆਏ ਆ ਪਾਕਿਸਤਾਨ ਦੇ ਵੱਲੋਂ, ਉਹਦਾ ਕਾਰਨ ਕੀ ਹੈ? ਕਾਰਨ ਇਹ ਜਿਹੜਾ ਮਜ਼ਹਬ ਹੈ ਨਾ, ਮੈਂ ਧਰਮ ਨਹੀਂ ਕਹਿੰਦਾ, ਇਹ ਧਰਮ ਕਹਿੰਦੇ ਨੇ, ਸਿੱਖ ਧਰਮ, ਹਿੰਦੂ ਧਰਮ। ਇਹ ਧਰਮ ਨਹੀਂ ਹੈਗਾ। ਧਰਮ ਹੈਗਾ ਉਹ ਇਨਸਾਨ ਦੇ ਅੰਦਰ ਹੈ ਧਰਮ। ਜੇ ਹਿੰਦੂ ਜਾਂ ਸਿੱਖ ਜਾਂ ਮੁਸਲਮਾਨ ਧਰਮੀ ਹੁੰਦੇ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਮੀਆਂ ਮੀਰ ਹੀ, ਮੈਂ ਗਲਤ ਜੀ, ਮੀਆਂ ਮੀਰ ਜੀ ਨੇ ਰੱਖੇ, ਉਹ ਨਾ ਰੱਖਦੇ ਪੈਗੰਬਰ, ਤੇ ਨਾ ਸਾਡੇ ਗੁਰੂ ਉਹਨੂੰ ਅੱਗੇ ਕਰਦੇ, ਇੰਨਾ ਸਨਮਾਨ ਦਿੰਦੇ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹਿੰਦੂ ਸਿੱਖ ਦੇ ਨਾਂ ਦੇ ਉੱਤੇ ਲੋਕਾਂ ਨੂੰ ਲੜਾਉਣ ਤੇ? ਇਹਨਾਂ ਨੇ ਮੁਨਾਫਾ ਖੱਟਣਾ ਉਹਦੇ ਵਿੱਚੋਂ। ਇੱਕ ਮੈਨੂੰ ਸਧਾਰਨ ਜਿਹਾ ਜੱਟ ਜਿਹਦੀ ਮੈਂ ਜ਼ਿਕਰ ਜ਼ਰੂਰ ਕਰਾਂਗਾ। ਮੈਂ ਫਗਵਾੜੇ
ਬਜਾਜੀ ਦੀ ਦੁਕਾਨ ਦੇ ਥੜੇ ਦੇ ਉੱਤੇ ਢੇਰਨੀ ਤੇ ਕਮਾਉਂਦਾ ਸਾਂ, ਦਰਜੀ ਦਾ ਕੰਮ ਕਰਦਾ ਸਾਂ। ਉਹ ਜਿਹੜਾ ਬਜਾਜੀ ਵਾਲਾ ਸਿੱਖ ਭਾਅ ਕਰ ਲਿਆ, ਉਹ ਕਹਿੰਦਾ ਯਾਰ ਮਹਿੰਗਾ ਹੈ। ਉਹ ਕਹਿੰਦਾ ਉਹ ਤੂੰ ਸਿੱਖ ਭਰਾ ਹੈ, ਤੇਰੇ ਕੋਲ ਜ਼ਿਆਦਾ ਲੈਣਾ ਸਾਂ। ਕਹਿੰਦਾ ਮੂੰਹ ਬੰਦ ਕਰ ਲੈ, ਮੈਂ ਸਿੱਖ ਭਰਾ ਨਹੀਂ ਹੈਗਾ। ਮੈਨੂੰ ਅਜੇ ਤੱਕ ਉਹ ਗੱਲ ਇੱਥੇ ਮੈਂ ਕਿਹਾ ਵੀ ਸ਼ਾਬਾਸ਼, ਇਹ ਮਨੁੱਖ ਨੇ ਜਿਨ੍ਹਾਂ ਨੇ ਅਖੀਰ 'ਚ ਜਿੱਤਣਾ, ਜਿਨ੍ਹਾਂ ਨੇ ਲੜਨਾ ਤੇ ਅਖੀਰ 'ਚ ਜਿੱਤਣਗੇ। ਤੇ ਸ਼ਿਵਰਾਜ ਜੀ, ਤੁਸੀਂ ਜਿਵੇਂ ਦੱਸਿਆ ਇਹਦੇ ਵਿੱਚ ਨਾ ਜਿਹੜੀ ਅਖੀਰ ਤੁਸੀਂ ਕਿਤਾਬ ਇਹਦੇ ਵਿੱਚ ਸੰਤੋਖ ਸਿੰਘ ਧੀਰ ਜੀ ਨੇ ਇੱਕ ਦੱਸਿਆ ਤੁਹਾਡੇ ਬਾਰੇ ਵੀ ਦਰਜੀ ਦਾ ਕੰਮ ਵੀ ਕੀਤਾ, ਛੋਲੇ ਪਰਾਤ 'ਚ ਵੀ ਪਾ ਕੇ ਤੁਸੀਂ ਵੇਚੇ ਨੇ, ਫਿਰ ਸਾਈਕਲ ਦੇ ਉੱਤੇ ਤੁਸੀਂ ਰਸਾਲੇ ਵੀ ਵੰਡੇ ਨੇ, ਵੀ ਜਦੋਂ ਟਾਈਮ ਲੱਗਦਾ ਉਹਨੂੰ ਕੋਈ ਗਜ਼ਲ ਕਵਿਤਾ ਦਿਮਾਗ 'ਚ ਆਉਂਦੀ ਉੱਥੇ ਹੀ ਸਾਈਕਲ ਰੋਕ ਕੇ ਤੁਸੀਂ ਲਿਖਣ ਲੱਗ ਜਾਂਦੇ। ਤੇ ਇੰਨੀ ਸ਼ਿੱਦਤ, ਇੰਨਾ ਪਿਆਰ ਕਿਵੇਂ ਜਾਗ ਪਿਆ? ਉਹ ਪਿਆਰ ਦੇਖੋ, ਜਦੋਂ ਇੱਕ ਨਾਂ ਹੁਣ ਮੈਨੂੰ ਭੁੱਲ ਗਿਆ, ਬੈਂਜਾਮਿਨ ਮੁਸਾਏ ਬੈਂਜਾਮਿਨ, ਦੱਖਣੀ ਅਫਰੀਕਾ ਦਾ ਬੰਦਾ ਜੀ, ਜਾਂ ਮੈਨੂੰ ਹੁਣ ਪੱਕਾ ਨਹੀਂ ਚੇਤੇ, ਉਹਨੂੰ ਜਦੋਂ ਕਤਲ ਕਰ ਦਿੱਤਾ ਗਿਆ ਤੇ ਉਹਦੀ ਲਾਸ਼ ਲੈਣ ਵਾਸਤੇ ਬਾਹਰ ਬੰਦੇ ਬੈਠੇ ਸਨ ਉਹਦੇ ਮੁਲਕ ਦੇ, ਤੇ ਉਹਨਾਂ ਨੇ ਰੋਏ ਪਿੱਟੇ ਨਹੀਂ ਹੈਗੇ ਲਾਸ਼ ਦੇ ਉੱਤੇ, ਦੋਥੜ ਨਹੀਂ ਮਾਰੀ ਉਹਨਾਂ ਨੇ। ਉਹਨਾਂ ਨੇ ਇੱਕ ਤਰਾਨਾ ਗਾਇਆ ਸੀ ਆਪਣੇ ਦੇਸ਼ ਦਾ, ਤੇ ਮੇਰੇ ਦਿਲ ਦੇ ਵਿੱਚ ਆਇਆ ਉਹ ਤਰਾਨਾ ਜਿਹੜਾ ਨਾ, ਇਹ ਮੈਂ ਹੀ ਗਾਇਆ ਸੀ। ਉਹ ਮੈਂ ਹੁਣ ਤੁਹਾਨੂੰ ਮੂੰਹ ਜ਼ਬਾਨੀ ਜੀ ਸੁਣਾਓ ਜ਼ਰੂਰ। ਤਰਾਨਾ ਹੋਰ ਗਾਓ ਦੋਸਤੋ ਕਿ ਰੰਜ ਮਰ ਜਾਏ, ਤਰਾਨਾ ਹੋਰ ਗਾਓ ਦੋਸਤੋ ਕਿ ਜ਼ੁਲਮ ਘਬਰਾਏ। ਸਾਡੇ ਕੋਲ ਪਰਚਮ ਨੇ ਜਾਂ ਫਿਰ ਕੌਮੀ ਤਰਾਨੇ ਨੇ ਜਿਨ੍ਹਾਂ ਦੇ ਨਾਲ ਜ਼ਾਲਮ ਰਾਜ ਦੇ ਫਸਤੇ ਮਕਾਣੇ ਨੇ। ਕਰੋ ਉੱਚਾ ਪਰਚਮ ਹੋਰ ਲਹਿਰਾਏ, ਤਰਾਨਾ ਹੋਰ ਗਾਓ ਦੋਸਤੋ ਕੇ ਰੰਜ ਮਰ ਜਾਏ। ਸ਼ਿਵਨਾਥ ਜੀ, ਸੁਜਾਨ ਸਿੰਘ ਨਾਲ 10 ਵਰੇ ਜੀ ਖਾਸ ਤੌਰ ਤੇ ਉਹਨਾਂ ਲਈ ਕਿਤਾਬ ਲਿਖੀ ਹੈ, ਉਹਨਾਂ ਦਾ ਜ਼ਿਕਰ ਕੀਤਾ, ਤੇ ਗੱਲ ਹੁੰਦੀ ਵੀ ਜਦੋਂ ਤੁਸੀਂ ਸ਼ੁਰੂਆਤ ਕਰਦੇ ਹੋ ਨਾ ਤਾਂ ਇਹ ਨਹੀਂ ਪਤਾ ਹੁੰਦਾ ਤੁਹਾਡਾ ਸਫ਼ਰ ਕਿੰਨਾ ਕੁ ਲੰਮਾ। ਜਦੋਂ ਆਪਾਂ ਰਾਹ ਤੇ ਪੈਂਦੇ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਇਹ ਤਾਂ ਭਾਈ ਮੁੱਕਣ ਵਾਲਾ ਹੈ ਹੀ ਨਹੀਂ, ਇਹ ਤਾਂ ਨਾਲੇ ਜਾਊਗਾ, ਨਾਲੇ ਜਾਊਗਾ। ਤਾਂ ਕੁਝ ਸ਼ਖਸੀਅਤਾਂ, ਕੁਝ ਰੂਹਦਾਰ ਇਹੋ ਜਿਹੇ ਮਿਲ ਜਾਂਦੇ ਨੇ ਜਿਹੜੇ ਤੁਹਾਨੂੰ ਸਾਥ ਦਿੰਦੇ ਨੇ ਤੁਹਾਡੀ ਕਲਮ ਦੇ ਵਿੱਚ। ਬੜਾ ਔਖਾ ਹੁੰਦਾ ਵੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਭਲੇ ਵੇਲਿਆਂ 'ਚੋਂ ਭਲੇ ਪੁਰਖ ਮਿਲ ਜਾਣ ਜਿਹੜੇ ਤੁਹਾਨੂੰ ਕਹਿ ਦੇਣ ਵੀ ਭਾਈ ਇੱਧਰ ਨੂੰ ਨਾ ਜਾ, ਇੱਧਰ ਨੂੰ ਚੱਲ, ਤੇਰੇ ਨਾਲੇ ਚੱਲਦੇ ਆ। ਉਹ ਮੈਨੂੰ ਮਿਲੇ ਹੀ ਵਧੀਆ ਬੰਦੇ ਨੇ। ਤੇ ਇਹਨਾਂ ਬਾਰੇ ਸਾਨੂੰ ਦੱਸੋ, ਸੁਜਾਨ ਸਿੰਘ ਜੀ ਬਾਰੇ ਕਿੱਦਾਂ ਤੁਹਾਡਾ ਸਾਥ ਸਬੱਬ ਬਣਿਆ ਮੁਲਾਕਾਤ ਦਾ, ਤੇ ਕਿਹਦਾ ਸਫ਼ਰ ਰਿਹਾ? ਉਹ ਸੇਰੇ ਦੀ ਗੱਲ ਮੈਂ ਤੁਹਾਡੇ ਨਾਲ ਕਰ ਚੁੱਕਾ। ਮੈਂ ਕਿਹਾ ਤੁਸੀਂ ਦਰਸ਼ਕਾਂ ਨਾਲ ਵੀ ਸਾਂਝੀ ਕਰੋ ਜ਼ਰੂਰ। ਉਹ ਮੈਂ ਉਹ ਸੇਰਾ ਲੈ ਕੇ ਗਿਆ ਤੇ ਉਹਨਾਂ ਨੂੰ ਦਿਖਾਇਆ। ਉਹ ਸੇਰੇ ਬਾਜ਼ਾਂ ਦੇ ਖਿਲਾਫ ਸੀ। ਉਹ ਕਹਿੰਦਾ ਮੈਂ ਤਾਂ ਕਵਿਤਾ ਲਿਖੀ ਨਹੀਂ, ਮੈਂ ਸਿੱਧਾ ਹਮਲਾ ਕਰਤਾ ਸੁਜਾਨ ਸਿੰਘ ਹੋਰਾਂ ਤੇ। ਮੈਂ ਕਿਹਾ ਗੱਲ ਸੁਣੋ, ਤੁਹਾਡੇ ਵਰਗਾ ਅੱਗੇ ਵਧੂ ਆਦਮੀ ਜਿਹੜਾ ਹੁਣ ਪ੍ਰੋਫੈਸਰ ਵੀ ਹੈ, ਲੋਕਾਂ ਨੂੰ ਪੜ੍ਹਾਉਂਦਾ ਵੀ ਹੈ, ਉਹ ਝੂਠ ਬੋਲੇ, ਮੈਨੂੰ ਇਹ ਪਸੰਦ ਨਹੀਂ। ਉਹ ਲੰਮਾ ਪਿਆ ਹੋਇਆ ਸੀ ਪਲੰਗ ਤੇ, ਦੁਪਹਿਰ ਦਾ ਟਾਈਮ ਸੀ, ਰੋਟੀ ਖਾਧੀ ਚਾਹੇ ਨਹੀਂ ਖਾਧੀ, ਲੰਮਾ ਪਿਆ। ਉਹ ਜਦੋਂ ਮੈਂ ਉਹਦੇ ਤੇ
ਹਮਲਾ ਕੀਤਾ ਸਿੱਧਾ ਉੱਠ ਕੇ ਬਹਿ ਗਿਆ। ਉਹ ਕਹਿੰਦਾ ਤੂੰ ਦੱਸ ਯਾਰ ਤੂੰ ਲਿਖ ਕੇ ਲਿਆਇਆ? ਉਹ ਕਹਿੰਦਾ ਫਿਰ ਸੁਣਨ ਤੋਂ ਬਾਅਦ ਕਹਿੰਦਾ ਕਿੰਨਾ ਕੁਛ ਤੋਂ ਲੱਗਾ ਹੋਇਆ ਤੂੰ ਕਵਿਤਾ ਲਿਖਣ? ਮੈਂ ਕਿਹਾ ਕਵਿਤਾ ਤਾਂ ਕਦੇ ਲਿਖੀ ਨਹੀਂ। ਉਹ ਕਹਿੰਦਾ ਇਹੀ ਤਾਂ ਕਵਿਤਾ ਹੈ। ਮੈਂ ਕਿਹਾ ਇਹਦੇ ਚ ਕਿਹੜੀ ਕਵਿਤਾ ਹੋ ਗਈ? ਇਹ ਤਾਂ ਸ਼ੇਰ ਹੈ ਜੀ। ਕਹਿੰਦਾ ਸੁਣ, ਕਹਿੰਦਾ ਤੂੰ ਕਿਹਾ ਸ਼ੇਰੇ ਵਾਲੇ ਨੂੰ ਕਿਹਾ ਸੀਤਾ ਵਰਗੀ ਜੇ ਲੋੜਦਾ ਹੋਵੇ ਪਤਨੀ ਮੰਨਣਾ ਪਵੇਗਾ ਰਾਮ ਭਗਵਾਨ ਤੈਨੂੰ। ਜੇਕਰ ਨਾਨਕੀ ਵਰਗੀ ਭੈਣ ਚਾਹੁੰਦਾ ਤੇ ਨਾਨਕ ਵਰਗਾ ਬਣਨਾ ਪਵੇਗਾ ਤੈਨੂੰ। ਕਹਿੰਦਾ ਤੂੰ ਪਹਿਲਾ ਸ਼ਖਸ ਹੈ ਜਿਹਨੇ ਇਹ ਕਿਹਾ, ਨਹੀਂ ਤੇ ਆਮ ਤੌਰ ਤੇ ਨਾ ਇਹ ਮਨੁੱਖ ਨੂੰ ਮਰਦ ਪ੍ਰਧਾਨ ਸਮਾਜ ਦੇ ਵਿੱਚ ਇਹੀ ਕਿਹਾ ਜਾਂਦਾ ਵੀ ਤੂੰ ਤਾਂ ਬੜਾ ਬਲਵਾਨ ਆ, ਤੂੰ ਹੀ ਤਗੜਾ ਤੇ ਇਹ ਜਨਾਨੀ ਦਾ ਤਾਂ ਨਾ ਹੀ ਨਹੀਂ ਸੀ ਹੁੰਦਾ। ਤੂੰ ਤੇ ਕਹਿ ਰਿਹਾ ਵੀ ਤੂੰ ਪਹਿਲਾਂ ਬੰਦਾ ਬਣ ਜਾ ਤੇ ਜੇ ਤੂੰ ਨਹੀਂ ਬਣੇਗਾ ਜਨਾਨੀ ਚੰਗੀ ਨਹੀਂ ਮਿਲੇਗੀ ਤੈਨੂੰ। ਤੂੰ ਤੇ ਉਹਦੇ ਸ਼ਰਤਾਂ ਲਾਤੀਆਂ। ਕਹਿੰਦਾ ਇਹ ਕਵਿਤਾ ਹੁਣ ਕਵਿਤਾ ਕੋਈ ਵੱਖਰਾ ਕੰਮ ਤਾਂ ਨਹੀਂ, ਕਵਿਤਾ ਸ਼ਬਦ ਨਹੀਂ ਹੈਗਾ ਜੀ। ਕਹਿੰਦਾ ਤੁਕਬੰਦੀਆਂ ਤਾਂ ਹੋ ਸਕਦੀਆਂ ਨੇ ਪਰ ਕਵਿਤਾ ਨਹੀਂ ਹੋ ਸਕਦੀ। ਇਹ ਹੁਣ ਸੁਜਾਨ ਸਿੰਘ ਦੇ ਮੁੱਢਲਾ ਸਮਝ ਕੇ ਮੈਨੂੰ। ਉਦੋਂ ਤੁਸੀਂ ਕੰਮ ਕੀ ਕਰਦੇ ਸੀ? ਕੌਣ? ਤੁਸੀਂ ਆਰਥਿਕ ਤੌਰ ਤੇ? ਕਿਉਂਕਿ ਲਿਖਣ ਨਾਲ ਢਿੱਡ ਤਾਂ ਭਰਦਾ ਨਹੀਂ। ਉਹ ਮੈਂ ਨਾਲ ਕੰਮ ਕਰਦਾ ਰਿਹਾ। ਮੈਂ ਹੁਣ ਤੁਹਾਨੂੰ ਦੱਸਣ ਲੱਗਾ ਆਹ ਜਿਹੜਾ ਇਹ ਕਿੱਥੇ ਉਸ ਪਾਰ ਇੱਕ ਗੀਤ ਦੀ ਮੌਤ ਅਸੀਂ ਕਤਰੇ ਸਹੀ, ਆਹ ਸਾਡਾ ਸੰਤੋਖ ਸਿੰਘ ਧੀਰ ਹੈ। ਹੁਣ ਮੈਂ ਤੁਹਾਨੂੰ ਦੱਸਾਂ ਦੁਖਾਂਤ ਇਹਦਾ ਕਿੱਥੇ ਵਾਪਰਿਆ ਜੀ। ਇਹ ਹੁਣ ਘੱਟ ਪੜਿਆ ਸੀ ਲੇਖਕਾਂ ਚੋਂ। ਇਹਨੇ ਕਹਾਣੀਆਂ ਸੁਜਾਨ ਸਿੰਘ ਦੇ ਵੇਲੇ ਲਿਖਤੀਆਂ ਜੀ। ਉਹ ਕਹਾਣੀਆਂ ਮੈਂ ਪੜ੍ਹੀਆਂ। ਉਹ ਕਹਾਣੀਆਂ ਜਿਹੜੀਆਂ ਨਾ ਸਾਡੇ ਸੰਸਾਰ ਭਰ ਦੀਆਂ ਤਗੜੀਆਂ ਕਹਾਣੀਆਂ ਦੇ ਮੁਕਾਬਲੇ ਤੇ ਰੱਖੀਆਂ ਜਾ ਸਕਦੀਆਂ ਨੇ। ਅੱਛਾ ਹੁਣ ਉਹਨੇ ਸਮਝ ਲਿਆ ਧੀਰ ਨੇ ਵੀ ਮੈਂ ਤਾਂ ਬੜਾ ਵੱਡਾ ਲੇਖਕ ਬਣ ਗਿਆ ਤੇ ਮੇਰੇ ਤਾਂ ਹੁਣ ਸਾਰਾ ਬੋਰੀਆਂ ਦੀਆਂ ਬੋਰੀਆਂ ਗਿਰਨਗੀਆਂ ਤੇ ਆ ਕੇ ਰੁਪਈਆਂ ਦੀਆਂ ਹੈ। ਪਰ ਸਿਫਤ ਬਹੁਤ ਹੋਈ। ਸਾਰੀਆਂ ਅਖਬਾਰਾਂ ਨੇ ਉਹਨੂੰ ਬੱਲੇ ਬੱਲੇ ਕੀਤੀ। ਪਤੇਲਾ ਕੋਈ ਨਹੀਂ। ਤੇ ਜਿਹੜਾ ਕੰਮ ਸਿੱਖਣ ਗਿਆ ਸੀ ਰਾਵਲਪਿੰਡੀ ਉਹ ਸਾਰਾ ਉਹ ਭੁੱਲ ਗਿਆ ਵੀ ਮੈਂ ਕੀ ਕਰਨਾ। ਸਾਰਾ ਦਰਜੀ ਦਾ ਕੰਮ ਕੀ ਹੁੰਦਾ ਨਹੀਂ ਕੀਤਾ। ਸਾਰੀ ਉਮਰ ਨਹੀਂ ਕੀਤਾ, ਹੱਥ ਨਹੀਂ ਲਾਇਆ। ਹੱਥ ਨਹੀਂ ਲਾਇਆ। ਭੁੱਖ ਮਰੀ ਤਾਂ ਹੋਣੀ ਹੈ। ਉਹ ਭੁੱਖ ਮਰੀ ਆ ਗਈ। ਦੇਖੋ ਮੈਂ ਜੋ ਸਿੱਖਿਆ ਸੰਤੋਖ ਸਿੰਘ ਧੀਰ ਕੋਲੋਂ ਬਈ ਇਹ ਪਾਗਲ ਹੋ ਗਿਆ ਸੀ। ਤੈਨੂੰ ਪਤਾ ਨਹੀਂ? ਉਹ ਪਾਗਲ ਹੋ ਗਿਆ ਸੀ। ਇਹ ਡਾਕਟਰ ਨੇਕੀ ਨੇ ਇਹਨੂੰ ਬਚਾਇਆ। ਡਾਕਟਰ ਨੇਕੀ ਵੀ ਆਪੀ ਕਵਿਤਾਵਾਂ ਲਿਖਦਾ ਸੀ ਬਹੁਤ ਤੇ ਉਹਨੇ ਬਚਾਇਆ ਸੀ ਇਹਨੂੰ। ਤੇ ਇਹ ਕਹਿੰਦਾ ਸੀ ਡਾਕਟਰ ਤੂੰ ਦੱਸ ਵੀ ਮੈਂ ਹੁਣ ਕੀ ਕਰਾਂ। ਮੇਰੀ ਇੰਨੀ ਲੋਕੀ ਸਿਫਤ ਕਰਦੇ ਨੇ, ਮੈਨੂੰ ਖਾਣ ਨੂੰ ਕੋਈ ਦਿੰਦੇ ਨਹੀਂ। ਉਹ ਮੈਂ ਫਿਰ ਇਹ ਦੇਖਿਆ ਵੀ ਛੋਲੇ ਵੀ ਵੇਚੋ, ਦਰਜੀ ਦਾ ਕੰਮ ਵੀ ਕਰੋ। ਜੇ ਅੱਖਾਂ ਕਮਜ਼ੋਰ ਹੋ ਗਈਆਂ
ਤੇ ਦਰਜੀ ਦੇ ਕੰਮ ਨੂੰ ਧੱਕਾ ਮਾਰੋ। ਮੈਂ ਚੁੱਕਿਆ ਮਾਰਕੀਟ ਚੋਂ ਮੈਗਜ਼ੀਨ ਖਰੀਦੇ ਤੇ ਲੋਕਾਂ ਦੇ ਘਰ ਟੱਲੀਆਂ ਖੜਕਾਣੀਆਂ ਸ਼ੁਰੂ ਕਰਤੀਆਂ। ਮੈਂ ਪੂਰੇ ਕਿੰਨੇ 34-35 ਸਾਲ ਇਹਨਾਂ ਦੋਹਾਂ ਸ਼ਹਿਰਾਂ 'ਚ 50 ਕਿਲੋਮੀਟਰ ਰੋਜ਼ ਸਾਈਕਲ ਚਲਾਇਆ। ਕਿਹੜੇ ਕਦੋਂ ਤੁਸੀਂ ਬਸੀ ਉਧਰ ਰਹਿੰਦੇ ਸੀਗੇ? ਨਾ ਉੱਥੋਂ ਆ ਕੇ ਫਿਰ ਇੱਥੇ ਆ ਗਿਆ ਨਾ, ਮੋਹਾਲੀ ਚੰਡੀਗੜ੍ਹ ਆ ਗਏ ਸੀ। ਇੱਥੇ ਮੈਂ ਮੋਹਾਲੀ ਆ ਗਿਆ ਮੈਂ 81 ਚ। 81 ਚ, ਠੀਕ ਹੈ। ਤੇ ਡਾਕਟਰ ਕੇਸਰ ਸਿੰਘ ਕੇਸਰ ਨੂੰ ਜਾਣਦੇ ਹੋ ਤੁਸੀਂ? ਜੀ ਜੀ, ਜਾਣਦੇ ਜਾਣਦੇ ਹੋ ਨਾ? ਹਾਂਜੀ। ਉਹ ਮੇਰਾ ਮਿੱਤਰ ਸੀ, ਮੇਰੇ ਨਾਲ 5 ਸਾਲ ਛੋਟਾ ਸੀ ਤੇ ਪੇਂਡੂ ਜਿਹਾ ਮੁੰਡਾ ਸੀ, ਗੁੱਗੂ ਜਿਹਾ ਹੋ ਕੇ ਬੈਠਾ ਰਹਿੰਦਾ ਸੀ। ਹੁਣ ਤੁਸੀਂ ਇਹ ਦੇਖੋਗੇ ਵੀ ਮੈਨੂੰ ਜਿਹੜਾ ਵੀ ਕੋਈ ਬੰਦਾ ਮਿਲਿਆ, ਕੇਸਰ ਸਿੰਘ ਮੇਰੇ ਤੋਂ ਪਿੱਛੇ ਸੁਜਾਨ ਸਿੰਘ ਦਾ ਚੇਲਾ, ਤੇ ਮੇਰੇ ਨਾਲੋਂ ਕਿਤੇ ਅੱਗੇ ਲੰਘ ਗਿਆ, ਮੈਨੂੰ ਗੁਰੂਆਂ ਵਰਗਾ ਲੱਗਣ ਲੱਗ ਗਿਆ। ਗੁਰੂ ਕੋਈ ਸਾਰਾ ਜੰਮ ਕੇ ਨਹੀਂ, ਜੰਮਦਿਆਂ ਸਾਰ ਨਹੀਂ ਗੁਰੂ ਬਣਦਾ ਜੀ। ਉਹਦੀ ਜਿਹੜੀ ਘਾਲਣਾ ਹੈ ਉਹਨੂੰ ਗੁਰੂ ਬਣਾਉਂਦੀ ਹੈ। ਕੇਸਰ ਸਿੰਘ ਨੇ ਇੰਨੇ ਲੋਕਾਂ ਨੂੰ PhD ਕਰਵਾਇਆ ਜੀ, ਮੈਨੂੰ ਪਰ ਉਹ ਨਹੀਂ ਕਰਵਾ ਸਕਿਆ। ਕਿਉਂ? ਮੈਂ ਜਦ ਮੁੱਢਲਾ ਹੀ ਗਿਆਨ ਨਹੀਂ ਲਿਆ, ਤੂੰ ਦੱਸ ਵੀ ਉਹ ਮੇਰਾ ਕੀ ਕਰੇਗਾ? ਕਿਉਂਕਿ ਇਹ ਕਰਾਉਣ ਦੇ ਲਈ ਤੁਹਾਨੂੰ ਹੀ MA BA ਕਹਦੀ ਐਕੈਡਮਿਕ ਸਟੱਡੀ ਕਰਨ ਦੀ ਜ਼ਰੂਰਤ ਹੁੰਦੀ ਹੈ। ਉਹ ਮੈਂ ਕਹਿੰਦਾ ਵੀ ਮੈਨੂੰ ਹੁਣ ਕੁੱਟ ਕਿੱਥੋਂ ਪਈ ਹੈ? ਆ ਜਿੰਨਾ ਕੁਝ ਮੈਂ ਲਿਖਿਆ ਸਾਰੇ ਸ਼ਿਮਲੇ ਦਾ ਬੰਨ ਕੇ ਪੱਗਾਂ ਪੋਚਮੀਆਂ, ਤੂੰ ਮਾਫ ਕਰੇਂਗਾ ਮੈਨੂੰ, ਇਹ ਤੂੰ ਵੀ ਪੋਚਮੀ ਪੱਗ ਬੰਨੀ ਹੈ, ਕੋਈ ਹੱਦ ਨਹੀਂ। ਪਰ ਇੱਕ ਗੱਲ ਹੈ, ਉਹ ਪੋਚਮੀਆਂ ਪੱਗਾਂ ਬੰਨਣ ਵਾਲੇ ਮੇਰੇ ਨਾਲੋਂ ਮੇਰੇ ਗਿੱਟਿਆਂ ਤੱਕ ਨਹੀਂ ਆਉਂਦੇ। ਇਹ ਤੁਹਾਨੂੰ ਪਤਾ ਨਾ, ਤੁਹਾਨੂੰ ਪਤਾ ਪੂਰਾ ਜੀ, ਕਿਉਂਕਿ ਹਰ ਇੱਕ ਨੂੰ ਨਹੀਂ ਪਤਾ। ਜਦੋਂ ਪੜ੍ਹਦੇ ਆ ਜੀ ਫਿਰ ਪਤਾ ਲੱਗਦਾ। ਗੱਲ ਉਹੀ ਜਿਹੜੀ ਤੁਹਾਡੇ ਨਾਲ ਕਿਹਾ ਸੀ ਵੀ ਕਈ ਵਾਰ ਤੁਸੀਂ ਆਪਣੀ ਅਮੀਰੀ ਦੇ ਨਾਲ, ਆਪਣੇ ਦਿਖਾਵੇ ਨਾਲ ਅੱਗੇ ਤਾਂ ਲੰਘ ਜਾਂਦੇ ਹੋ, ਪਰ ਕਲਮ ਦੀ ਜਿਹੜੀ ਬਾਤ ਪਾਉਣੀ, ਜਿਹੜੀ ਕਲਮ ਨੇ ਡੂੰਘੀ ਗੱਲ ਕਰਨੀ, ਉਹ ਸ਼ਾਇਦ ਉਹਨਾਂ ਢੰਗਾਈ 'ਚ ਤੁਸੀਂ ਜਾ ਸਕਦੇ। ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਉਹ ਤੇ ਜਿਵੇਂ ਸ਼ਿਵਨਾਥ ਜੀ ਲਿਖਣਾ, ਤੁਸੀਂ ਪਹਿਲਾਂ ਕਵਿਤਾ ਲੱਗੇ, ਫਿਰ ਕਹਾਣੀ ਦੀ ਕਿਤਾਬ, ਪਹਿਲੀ ਕਿਤਾਬ ਕਹਾਣੀ ਦੀ ਛਪੀ, ਉਹਦੇ ਵਿੱਚ ਫਿਰ ਕਿੰਨੀ ਕੁ ਤੁਹਾਨੂੰ ਮਿਹਨਤ ਕਰਨੀ ਪਈ? ਕੀ ਕਹਾਣੀਆਂ ਤੁਸੀਂ ਉਹਦੇ ਵਿੱਚ ਜਿਹੜੀਆਂ ਪਾਈਆਂ? ਉਹ ਫੂਕ ਛਕ ਗਿਆ ਮੈਂ ਵੀ। ਅੱਛਾ, ਫੂਕ ਛਕ ਗਿਆ। ਮੇਰੀ ਪਹਿਲੀ ਕਹਾਣੀ ਪ੍ਰੀਤ ਲੜੀ 'ਚ ਛਪੀ ਤੇ ਸੁਜਾਨ ਸਿੰਘ ਨੇ ਕਿਹਾ ਜਿੱਦਾਂ ਦਾ ਤੈਨੂੰ ਲਿਖਣਾ ਆਉਂਦਾ ਨਾ, ਲਿਖ ਕੇ ਭੇਜ ਦੇ ਪ੍ਰੀਤ ਲੜੀ ਨੂੰ। ਉਹਨਾਂ ਨਵਤੇਜ ਜਿਹੜਾ ਨਾ ਕਹਾਣੀਆਂ ਨੂੰ ਵੇਖਦਾ ਸੀ। ਮੈਂ ਡਰਦੇ ਨੇ ਭੇਜਤੀ ਜੀ। ਉੱਥੋਂ ਆ ਗਿਆ ਫਰਲਾ ਜਿਹਾ ਵੀ ਸ਼ਿਵਨਾਥ ਜੀ ਤੁਹਾਡੀ ਕਹਾਣੀ ਤਾਂ ਬਹੁਤ ਵਧੀਆ ਜੀ, ਪਰ ਮੈਨੂੰ ਆਗਿਆ ਦਿਓ, ਮੈਂ ਸ਼ਬਦ ਜੋੜ ਠੀਕ ਕਰ ਸਕਦਾ। ਮੈਨੂੰ ਹੋਰ ਕੀ ਚਾਹੀਦਾ ਸੀ ਜੀ? ਮੈਂ ਕਿਹਾ ਜੀ ਮੈਨੂੰ ਤਾਂ ਬਾਗੋ ਬਾਗ ਹੋ ਗਿਆ। ਮੈਂ ਕਿਹਾ ਵੀ ਤੁਸੀਂ ਕਰੋ ਜੀ ਜ਼ਰੂਰ। ਉਹ ਪਹਿਲੀ ਕਹਾਣੀ ਮੇਰੀ ਬੇਬੇ ਅੱਲਾ ਰੱਖੀ ਛਪੀ। ਉਹ ਕਈਆਂ ਨੇ ਰਿਪੀਟ ਕੀਤੀ ਹੈ। ਬੇਬੇ ਅੱਲਾ ਰੱਖੀ, ਹਾਂ, ਬੇਬੇ ਅੱਲਾ ਰੱਖੀ। ਹਾਂ, ਇਹਦੇ ਵਿੱਚ ਹੈਗੀ। ਹਾਂਜੀ, ਹੈਗੀ। ਹਾਂ, ਤੇ ਤੁਹਾਡੀ 8ਵੀਂ ਕਹਾਣੀ। ਹਾਂ, ਅੱਛਾ, ਇਹਦੀ ਹੁਣ ਇਹਨੂੰ ਬੰਦ ਕਰ ਮਾੜਾ ਜਿਹਾ। ਇਹ ਬੇਬੇ ਅੱਲਾ ਰੱਖੀ ਵਾਲੀ ਕਹਾਣੀ ਮੈਂ ਜਦੋਂ ਤਰਾਨਾ ਪ੍ਰੀਤ ਲੜੀ ਨੂੰ ਘੱਲਿਆ ਜੀ। ਇਹ ਪੂਨਮ ਜਿਹੜੀ ਹੈ ਕੱਲ ਦੀ ਜੰਮੀ ਹੋਈ ਭੂਤਨੀ ਸਿਵਿਆਂ ਚੱਦ, ਤੇ ਉਹਨੇ ਤਰਾਨਾ ਦਾ ਪਹਿਲਾਂ ਵੀ
ਇਹ ਜਿਹੜਾ ਇਹ ਪਹਿਰਾ ਕੱਟ ਦਿੱਤਾ, ਅਖੀਰਲਾ ਵੀ ਕੱਟਤਾ, ਵਿਚਕਾਰਲਾ ਪਹਿਰਾ ਇੱਕ ਚਿਪਕਾ ਕੇ ਕੱਟਦੀਆਂ ਹੈ ਚਪਾ ਕੇ ਉਹ ਛਪਾ ਕੇ ਬਹਿ ਗਈ ਜੀ। ਮੈਨੂੰ ਬੜਾ ਗੁੱਸਾ ਆਇਆ। ਮੈਂ ਉਹਨੂੰ ਕਿਹਾ, ਪੂਨਮ ਨਾ ਐਡੀਟਰ ਸਾਹਿਬ, ਐਡੀਟਰ ਸਾਹਿਬਾ ਜੀ, ਐਡੀਟਰ ਸਾਹਿਬਾ, ਉਹ ਤੂੰ ਦੱਸ ਤੈਨੂੰ ਕਿਹਨੇ ਅਧਿਕਾਰ ਦਿੱਤਾ ਮੇਰੀ ਰਚਨਾ ਨੂੰ ਕੱਟਣ ਦਾ? ਮੈਂ ਕਿਹਾ ਜਿਹੜਾ ਤੇਰਾ ਸਹੁਰਾ ਸੀ ਉਹਨੂੰ ਮੈਂ ਪਹਿਲੀ ਕਹਾਣੀ ਭੇਜੀ, ਉਹ ਮੇਰੇ ਕੋਲ ਆਗਿਆ ਮੰਗਦਾ ਹੈ ਵੀ ਮੈਂ ਸ਼ਬਦ ਜੋੜ ਇਹਨਾਂ ਦੇ ਠੀਕ ਕਰ ਦਿਆਂ, ਉਹ ਤੂੰ ਨਾ ਕੱਟ ਕੇ ਬਹਿ ਗਈ ਮੇਰਾ ਸਾਰਾ। ਤੈਨੂੰ ਕਿ ਫਿਰ ਉਹਦੀ ਚਿੱਠੀ ਪਈ ਹੈ, ਕਿਸੇ ਦਿਨ ਜੇ ਮੈਨੂੰ ਹੱਥ ਆ ਗਈ ਨਾ ਮੈਂ ਤੁਹਾਨੂੰ ਪੜ੍ਹਾਵਾਂਗਾ। ਉਹ ਕਹਿੰਦੇ ਪਾਪਾ ਜੀ ਦੀ ਅਪਰੋਚ ਠੀਕ ਸੀ। ਮੈਂ ਆਖਿਆ ਇਹ ਹੱਥਾਂ ਬਾਝ ਕਰਾ ਰਿਹਾ, ਵੈਰੀ ਹੋਣ ਨਾ ਮਿੱਤ, ਮੈਂ ਤਾਂ ਪਾਪਾ ਜੀ ਦੀ ਪਾਪਾ ਜੀ ਬਣ ਗਿਆ ਫਿਰ। ਹੁਣ ਇਹੋ ਜਿਹੀਆਂ ਘਟਨਾਵਾਂ ਸਾਰੀਆਂ ਮੈਨੂੰ ਸਾਹ ਦਵਾਉਂਦੀਆਂ ਨੇ, ਮੈਨੂੰ ਤਾਕਤ ਦਿੰਦੀਆਂ ਨੇ। ਤੇ ਸ਼ਿਵਨਾਥ ਜੀ, ਜਿਵੇਂ ਇੱਕ ਤੁਹਾਡੀ ਕਿਤਾਬ ਤੁਸੀਂ ਮੈਨੂੰ ਹੁਣ ਮੈਂ ਪੜ੍ਹ ਰਿਹਾ ਸੀਗਾ, ਤੁਸੀਂ ਡਾਕਟਰ ਰਿਤਿਕ ਕੀ ਨਾਮ ਸੀ ਉਹਨਾਂ ਨੂੰ ਸਮਰਪਿਤ ਕੀਤੀ ਹੈ। ਅੱਖ ਵਾਲੀ ਥੋੜੀ ਦਿੱਕਤ ਸੀ ਵੀ ਤੁਸੀਂ ਦੱਸਿਆ ਮੇਰੇ ਅੱਖ ਦੇ ਵਿੱਚ ਪਹਿਲਾਂ ਤੋਂ ਹੀ ਥੋੜਾ ਮੈਨੂੰ ਦਿਖਣ 'ਚ ਕਮੀ ਸੀ। ਇਹਦੀ ਪੂਰੀ ਕੀ ਕਹਾਣੀ ਬਣੀ? ਉਹ ਆ ਜਿਹੜੀ ਅੱਖ ਸੀ ਨਾ ਉਹ ਬਚਪਨ 'ਚ ਸੱਟ ਲੱਗ ਗਈ ਕਿਤੇ। ਅੱਛਾ ਜੀ। ਤੇ ਲੱਗਿਆ ਸਾਲੇ ਕਿਤੇ ਦਮ ਕਰਾ ਦਿਓ, ਕਿਤੇ ਇਹਦੇ 'ਚ ਉਹ ਤਰੇਲ ਪਾਓ ਸਵੇਰੇ ਉੱਠ ਕੇ ਜੀ, ਤੇ ਤਰੇਲਾਂ ਪਾਉਂਦੇ ਰਹੇ ਤੇ ਉਹ ਸਾਰੀ ਨਸ਼ਟ ਹੋ ਗਈ ਅੱਖ। ਤੇ ਉਹਦੇ 'ਚੋਂ ਕੁਝ ਨਹੀਂ ਦਿਸਦਾ। ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਉਹ ਡਾਕਟਰਾਂ ਦੀ ਕਹਾਣੀ। ਹਾਂ, ਨਹੀਂ ਮੈਂ ਕਹੂੰਗਾ ਤੁਸੀਂ ਮੇਰੇ ਨਾਲ ਤਾਂ ਸਾਂਝੀ ਕੀਤੀ, ਇੱਕ ਵਾਰ ਦਰਸ਼ਕਾਂ ਨਾਲ ਵੀ ਸਾਂਝੀ ਕਰੋ। ਉਹ ਤਾਂ ਆਪਾਂ ਪਹਿਲਾਂ ਕੀਤੀ ਸੀ, ਜਿਹੜੇ ਆਪਾਂ ਨੂੰ ਦੇਖ ਰਹੇ ਹਾਂ ਮੈਂ ਚਾਹੂੰਗਾ ਉਹਨਾਂ ਤੱਕ ਵੀ ਪਹੁੰਚੇ ਇਹ ਗੱਲ। ਤੁਸੀਂ ਦੱਸਿਆ ਨਹੀਂ 15 ਕਿਤਾਬਾਂ ਫਿਰ ਬਾਅਦ 'ਚ ਤੁਸੀਂ ਤਾਂ ਲਿਖੀਆਂ ਵੀ ਜਦੋਂ ਅੱਖ ਹੋ ਗਈ ਠੀਕ ਹੋ ਗਈ। ਉਹ ਮੈਨੂੰ ਜਦ ਮੈਂ ਡਾਕਟਰਾਂ ਨੂੰ ਜਵਾਬ ਦਿੱਤਾ, ਮੈਂ ਕਿਹਾ ਮੈਂ ਆਪਰੇਸ਼ਨ ਨਹੀਂ ਕਰਵਾਉਣਾ। ਉਹ ਕਹਿੰਦਾ ਕਿਉਂ ਨਹੀਂ ਕਰਵਾਉਣਾ? ਮੈਂ ਕਿਹਾ ਇੱਕੋ ਮੇਰੀ ਅੱਖ ਹੈ, ਜੇ ਉਹ ਵੀ ਜਾਂਦੀ ਰਹੀ ਤੇ ਮੇਰਾ ਲਿਖਣ ਵਿੱਚ ਹੀ ਵੜ ਜਾਏਗਾ ਤੇ ਅੰਨ ਪਾਣੀ ਵੀ ਮਿਲਣੋਂ ਹਟ ਜਾਏਗਾ। ਤੇ ਉਹਨਾਂ ਨੇ ਫਿਰ ਦੇਖੀਆਂ ਦੋਵੇਂ ਮੇਰੀਆਂ ਅੱਖਾਂ। ਉਹ ਕਹਿੰਦੇ ਨੇ ਵੀ ਜੇ ਤੇਰੀ ਆਹ ਜਿਹੜੀ ਅੱਖ ਹੈ ਇਹਦਾ ਆਪਰੇਸ਼ਨ ਕਰ ਦਈਏ। ਤੇ ਮੈਂ ਕਿਹਾ ਇਹਦੇ ਨਾਲ ਜੋ ਮਰਜ਼ੀ ਕਰੋ, ਮੈਨੂੰ ਕੋਈ ਮਤਲਬ ਨਹੀਂ। ਉਹ ਫਿਰ ਉਹਦਾ ਆਪਰੇਸ਼ਨ ਕੀਤਾ ਪਹਿਲਾਂ ਉਹਨਾਂ ਨੇ। ਤੇ ਉਹ ਦੂਜੀ ਵਾਰੀ ਜਦੋਂ ਉਹਦੇ ਚੋਂ ਦਿਸਣ ਲੱਗ ਗਿਆ ਮੈਨੂੰ ਕਹਿੰਦਾ ਹੁਣ ਤੂੰ ਦੱਸ ਤੇਰੀ ਦੂਜੀ ਅੱਖ ਦਾ ਕਰ ਦਈਏ? ਮੈਂ ਕਿਹਾ ਹੁਣ ਕਰ ਦਿਓ, ਕੋਈ ਗੱਲ ਨਹੀਂ, ਮੈਂ ਟੁਰ ਕੇ ਘਰ ਤੇ ਜਾ ਸਕਾਂ ਕਰਾਂਗਾ। ਤੇ ਉਹਨਾਂ ਨੇ ਫਿਰ ਦੂਜੀ ਦਾ ਕੀਤਾ। ਤੇ ਸ਼ਿਵਨਾਥ ਜੀ, ਤੇ ਖੈਰ ਗੱਲਬਾਤ ਆਪਾਂ ਜਾਰੀ ਰੱਖਾਂਗੇ, ਪਰ ਮੈਨੂੰ ਹੈਗਾ ਵੀ ਤੁਸੀਂ ਕੁਝ ਸਾਨੂੰ ਆਪਣੀਆਂ ਗਜ਼ਲ ਕਵਿਤਾਵਾਂ ਵਿੱਚੋਂ ਕੁਝ ਜ਼ਰੂਰ ਸੁਣਾਓ। ਜੀ, ਇਹ ਮੈਂ ਤੁਹਾਨੂੰ ਆਪਣੀਆਂ ਮੁੱਢਲੀਆਂ ਜਿਹੜੀਆਂ ਇਹ ਅਨਘੜ ਜਿਹੀਆਂ ਗਜ਼ਲਾਂ ਲਿਖੀਆਂ ਸਨ ਜੀ, ਉਹ ਜਿਹੜੀਆਂ ਮੇਰੇ ਗੁਰੂ ਪ੍ਰੋਫੈਸਰ ਸੁਜਾਨ ਸਿੰਘ ਹੋਰੀ ਜਾ ਕੇ ਆਪਣੇ ਵਿਦਿਆਰਥੀਆਂ ਨੂੰ ਦਿੰਦੇ ਸਨ, ਤੇ ਉਹਨਾਂ ਚੋਂ ਕਈ ਇਨਾਮ ਵੀ ਜਿੱਤ ਕੇ ਲਿਆਏ। ਮੈਂ ਉਹਨਾਂ ਚੋਂ ਇੱਕ ਅੱਧੀ ਗਜ਼ਲ ਤੁਹਾਨੂੰ ਪਹਿਲਾਂ ਸਾਂਝੀ ਕਰਾਂਗਾ ਜੀ, ਤੇ ਫਿਰ ਅਖੀਰਲੀ ਦੱਸਾਂਗਾ ਵੀ ਹੁਣ ਮੈਂ ਕੀ ਲਿਖਦਾ ਜੀ। ਇੰਜ ਹੀ ਤੇਰੇ ਮੇਰੇ ਇਕਰਾਰ ਹੁੰਦੇ ਰਹਿਣਗੇ, ਇੰਜ ਹੀ ਨਿਸਫਲ ਸਾਡੇ ਪਿਆਰ ਹੁੰਦੇ ਰਹਿਣਗੇ। ਅੱਜ ਵੀ ਸੁਕਰਾਤ ਦੇ ਵੀਰਾਂ ਲਈ ਹੈ ਜ਼ਹਿਰ ਹੀ,
ਸੱਚ ਤੇ ਕਤੀਕ ਅਤਿਆਚਾਰ ਹੁੰਦੇ ਰਹਿਣਗੇ। ਮੇਰੇ ਮਨ ਦੀ ਭਟਕਣਾ ਨੂੰ ਕਦ ਮਿਲੇਗੀ ਸ਼ਾਂਤੀ, ਕਿ ਯਤਨ ਮੇਰੇ ਇਸ ਤਰ੍ਹਾਂ ਬੇਕਾਰ ਹੁੰਦੇ ਰਹਿਣਗੇ। ਅਸਮਤਾਂ ਰਹਿਸਣ ਕਦੋਂ ਤੱਕ ਰੋਲਦੀਆਂ, ਅਸਮਤਾਂ ਰਹਿਸਣ ਕਦੋਂ ਤੱਕ ਰੋਲਦੀਆਂ। ਕੀ ਭੁੱਲ ਗਿਆ। ਚਲੋ ਇਹ ਹੁਣ ਦੂਜੀ ਹੋਰ ਸੁਣਾਓ ਜੀ। ਦੂਜੀ ਇਹ ਹੈ, ਇਹ ਮੋਦੀ ਜੀ ਦਾ ਜਵਾਬ ਗਜ਼ਲ ਦੇ ਵਿੱਚ ਦਿੱਤਾ ਹੋਇਆ। ਜੀ ਜੀ, ਆਉਣ ਦਿਓ। ਆ ਗਏ ਅੱਛੇ ਬੜੇ ਦਿਨ, ਹੋਰ ਆਉਣੇ ਨੇ ਅਜੇ। ਕੁਝ ਸਮੇਂ ਦੇ ਵਿੱਚ ਅਦਾਰੇ ਵਿੱਚ ਖਾਣੇ ਨੇ ਅਜੇ। ਲੋਕ ਵੇਖਣਗੇ ਹਨੇਰਾ ਵੀ ਦੁਪਹਿਰਾਂ ਨੂੰ ਘਣਾ। ਲੋਕ ਵੇਖਣਗੇ ਹਨੇਰਾ ਦੁਪਹਿਰਾਂ ਨੂੰ ਵੀ ਘਣਾ। ਲੋਕ ਵੇਖਣਗੇ ਹਨੇਰਾ ਵੀ ਦੁਪਹਿਰਾਂ ਨੂੰ ਘਣਾ। ਹੋਰ ਭਾਰਤ ਦੇ ਸਿਤਾਰੇ ਜਗਮਗਾਣੇ ਨੇ ਅਜੇ। ਧਰਤ ਉਪਜਾਊ ਤੇ ਉਸਰਨ ਗਗਨ ਚੁੰਬੀ ਬਿਲਡਿੰਗਾਂ। ਧਰਤ ਉਪਜਾਊ ਤੇ ਉਸਰਨ ਗਗਨ ਚੁੰਬੀ ਬਿਲਡਿੰਗਾਂ। ਕੱਢ ਕੇ ਕਬਰਾਂ ਚੋਂ ਮੁਰਦੇ ਖੰਭ ਲਾਣੇ ਨੇ ਅਜੇ। ਖੰਭ ਲਾਣੇ ਨੇ ਅਜੇ। ਰਾਜ ਕਰਨਾ ਹੈ ਗੰਡੋਇਆਂ ਨੇ, ਰਾਜ ਕਰਨਾ ਹੈ ਗੰਡੋਇਆਂ ਨੇ ਵੀ ਹਰ ਪਾਸੇ ਅਜੇ। ਕੋੜ ਕਿਰਲੇ ਜਾਤ ਦੇ ਅੱਗੇ ਲਿਆਉਣੇ ਨੇ ਅਜੇ। ਡਰਨਗੇ ਗਿੱਦੜਾਂ ਤੋਂ ਛੀਵੀਂ, ਆਉਣ ਵਾਲਾ ਹੈ ਸਮਾਂ। ਡਰਨਗੇ ਗਿੱਦੜਾਂ ਤੋਂ ਛੀਵੀਂ, ਆਉਣ ਵਾਲਾ ਹੈ ਸਮਾਂ। ਕੱਢ ਕੇ ਵੱਢ ਕੇ ਰੁੱਖਾਂ ਨੂੰ ਵੀ ਜੰਗਲ ਮੁਕਾਣੇ ਨੇ ਅਜੇ। ਪਰਬਤਾਂ ਨੂੰ ਪੁੱਟ ਕੇ ਅੰਬਰ ਤੇ ਸੁੱਟਾਂਗੇ ਅਜੇ। ਪਰਬਤਾਂ ਨੂੰ ਪੁੱਟ ਕੇ ਅੰਬਰ ਤੇ ਸੁੱਟਾਂਗੇ ਅਸੀਂ। ਭੀਮ ਵਰਗੇ ਯੋਧਿਆਂ ਦੇ ਬਲ ਵਧਾਣੇ ਨੇ ਅਜੇ। ਇਹਨਾਂ ਦੀ ਉਹਨਾਂ ਦਾ ਹਾਥੀ ਨੂੰ ਸਿੱਟੇ ਦੇ ਕਹਿੰਦਾ ਪਰਬਤ ਸਿੱਟ ਦੇਣੇ ਸੀ। ਡੀਕ ਜਾਣਾ ਹੈ ਸਮੁੰਦਰ ਨੂੰ ਵੀ, ਇੱਕ ਦਿਨ ਵੇਖਿਓ ਉਹ ਕ੍ਰਿਸ਼ਮੇ ਬਹੁਤ ਛੇਤੀ ਕਰ ਵਿਖਾਣੇ ਨੇ ਅਜੇ। ਵਾਹ ਵਾਹ, ਇਹੀ ਹੋ ਰਿਹਾ ਜੀ। ਹਾਂ, ਗੱਲਾਂ ਦਾ ਕਿਹੜਾ, ਮੈਂ ਗੱਲਾਂ ਤਾਂ ਰੱਬ ਨੂੰ ਥੱਲੇ ਲਾ ਲੈਣਾ ਸੀ। ਤੇ ਸ਼ਿਵਨਾਥ ਜੀ, ਜਿਵੇਂ ਤੁਸੀਂ ਲੰਮਾ ਅਰਸਾ ਕਿਤਾਬਾਂ ਲਿਖੀਆਂ, ਪਰ ਹੁੰਦਾ ਨਾ ਇੱਕ ਜ਼ਿੰਦਗੀ ਦਾ ਜਦੋਂ ਇੱਕ ਲੰਮਾ ਸਫ਼ਰ ਹੈ ਜਿਹੜਾ ਉਹ ਲੰਘ ਜਾਂਦਾ, ਜਿਵੇਂ ਹੁਣ ਕਿੰਨੇ 85-86 ਸਾਲ ਹੋ ਗਏ, ਤੇ ਤੁਹਾਨੂੰ ਮਿਹਨਤ ਕਰਦਿਆਂ ਨੂੰ ਕਿੰਨਾ ਕੁਝ ਤੁਸੀਂ ਦੇਖਿਆ, ਕਿੰਨਾ ਕੁਝ ਹੰਡਾਇਆ, ਕਿੰਨਾ ਕੁਝ ਲਿਖਿਆ, ਕਿੰਨਾ ਕੁਝ ਮਾਣਿਆ। ਤਾਂ ਜ਼ਿੰਦਗੀ ਬੜਾ ਕੁਝ ਸਿਖਾਉਂਦੀ ਹੈ। ਮਾਨ ਸਨਮਾਨ ਵੀ ਮਿਲੇ, ਭਾਸ਼ਾ ਵਿਭਾਗ ਵੱਲੋਂ ਤੁਸੀਂ ਦੱਸ ਰਹੇ ਹੋ ਵੀ ਉੱਧਰੋਂ ਵੱਲੋਂ ਵੀ ਤੁਹਾਨੂੰ ਜਿਹੜਾ ਮਾਨ ਸਨਮਾਨ ਮਿਲਿਆ ਤੁਹਾਡੀਆਂ ਲਿਖਤਾਂ ਦੇ ਕਰਕੇ। ਅਤੇ ਇਹ ਪੂਰੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਕੋਈ ਚੀਜ਼ ਦਾ ਅਫਸੋਸ ਤੁਹਾਨੂੰ ਰਿਹਾ ਹੋਵੇ? ਮੈਨੂੰ ਕੋਈ ਅਫਸੋਸ ਨਹੀਂ, ਕਿਉਂਕਿ ਮੈਨੂੰ ਇਹ ਲੱਗਦਾ ਹੈ, ਪਹਿਲਾਂ ਮੈਨੂੰ ਲੱਗਦਾ ਸੀ ਵੀ ਸਾਡਾ ਬਾਪ ਜਿਹੜਾ ਮਰ ਗਿਆ ਇਹ ਬਹੁਤ ਮਾੜਾ ਹੋਇਆ ਸਾਡੇ ਨਾਲ। ਹੁਣ ਸਾਨੂੰ ਲੱਗਦਾ ਜੇ ਉਹ ਨਾ ਮਰਦਾ ਤੇ ਸਾਨੂੰ ਇੰਨਾ ਗਿਆਨ ਹੋਣਾ ਹੀ ਨਹੀਂ ਸੀ। ਮੈਨੂੰ ਸਿਰਫ ਘਾਟਾ ਲੱਗਦਾ ਹੈ ਵੀ ਉਹ ਕਿਉਂ ਨਹੀਂ ਰਿਹਾ, ਪਰ ਮੈਨੂੰ ਇਹ ਨਹੀਂ ਲੱਗਦਾ ਵੀ ਉਹਦੇ ਬਿਨਾਂ ਜਿਹੜੀ ਨਾ ਗੱਡੀ ਵੀ ਖੜ ਜਾਣੀ ਹੈ।
ਜੇ ਪਾਣੀ ਰਾਹ ਬਣਾ ਲੈਂਦਾ ਤਾਂ ਜ਼ਿੰਦਗੀ ਵੀ ਰਾਹ ਬਣਾ ਲੈਂਦੀ ਹੈ। ਦੂਜੀ ਗੱਲ ਜਿਹੜੀ ਮੈਂ ਇੱਕ ਥਾਂ ਲਿਖ ਕੇ ਹਟਿਆ ਕੁਝ ਦਿਨ ਹੋ ਰਹੇ ਨੇ, ਮੈਂ ਕਿਹਾ ਵੀ ਜਿਹੜੀ ਇਹ ਮੈਂ ਪ੍ਰਕਿਰਤੀ ਦਾ ਆਸ਼ਕ ਹਾਂ, ਮੈਨੂੰ ਪ੍ਰਕਿਰਤੀ ਨਾਲ ਪਿਆਰ ਹੈ। ਮੈਂ ਜਿਹੜਾ ਨਾ ਉੱਪਰ ਬੈਠਾ ਹੋਇਆ ਜਿਹੜਾ ਨਾ ਧਰਮਰਾਜ ਜਾਂ ਰੱਬ, ਉਹਦੇ ਵਿੱਚ ਮੈਨੂੰ ਕੋਈ ਵਿਸ਼ਵਾਸ ਨਹੀਂ। ਮੈਨੂੰ ਪ੍ਰਕਿਰਤੀ ਦੇ ਵਿੱਚ ਵਿਸ਼ਵਾਸ ਹੈ ਵੀ ਸਾਡੇ ਜੀਵਨ ਨੂੰ ਕਾਇਮ ਰੱਖਣ ਵਾਸਤੇ ਪ੍ਰਕਿਰਤੀ ਦੇ ਕੋਲ ਬੜੀਆਂ ਦਵਾਈਆਂ ਨੇ। ਜੀ, ਪਰ ਗੱਲ ਇਹ ਹੈ, ਦਵਾਈਆਂ ਤਾਂ ਬੰਦਾ ਉਹੀ ਵਰਤਦਾ, ਪਰ ਉਹ ਨਾਮ ਆਪਣਾ ਲੈਣ ਲੱਗ ਗਿਆ, ਉਹ ਪ੍ਰਕਿਰਤੀ ਦਾ ਨਾਂ ਨਹੀਂ ਲੈਂਦਾ। ਗੱਲ ਇਹ ਵੀ ਤੁਹਾਡੀ ਚੀਜ਼ ਚੋਰੀ ਕਰਕੇ ਆਪਣੇ ਨਾਲ ਲੈ ਕੇ ਵੇਚੀ ਜਾ ਰਿਹਾ ਹੈ, ਉਹੀ ਪ੍ਰਕਿਰਤੀ ਤੋਂ ਚੋਰੀ ਕਰਕੇ ਆਪਣਾ ਨਾਲ ਲੈ ਕੇ ਵੇਚੀ ਜਾ ਰਿਹਾ ਹੈ। ਇਹ ਅੱਜ ਦਾ ਕਹਿ ਦਈਏ ਡੰਬਰ ਹੈਗਾ। ਉਹ ਮੈਂ ਕਹਿੰਦਾ ਇਸੇ ਕਰਕੇ ਇਹ ਇੱਥੇ ਤਾਂ ਘਪਲਾ ਹੈ। ਜਿਹਨੂੰ ਘਪਲਾ ਕਹਿੰਦੇ ਨੇ, ਸਭ ਤੋਂ ਵੱਡਾ ਤਾਂ ਘਪਲਾ ਇਹੀ ਹੈ। ਜਿਮਨਾ ਜੀ ਦੇਖੋ, ਜ਼ਿੰਦਗੀ ਦਾ ਨਾ ਇੱਕ ਸੱਚ ਹੁੰਦਾ ਵੀ ਪੈਸੇ ਬਿਨਾਂ ਗੱਡੀ ਨਹੀਂ ਚੱਲਦੀ, ਹਨਾ? ਨਹੀਂ ਚੱਲਦੀ। ਭਾਵੇਂ ਲੱਖ ਜ਼ਰੂਰਤਾਂ ਨੇ, ਪਰਿਵਾਰ ਵੀ ਆ, ਉਹ ਵੀ ਚਲਾਉਣਾ, ਕਬੀਲਦਾਰੀਆਂ ਵੀ ਨਜਿੱਠਣੀਆਂ। ਤੇ ਕਿੰਨਾ ਸਬਰ ਹੋ ਗਿਆ ਅੱਜ ਆਪਾਂ ਜਿੱਥੇ ਹੁਣ ਇੰਟਰਵਿਊ ਕਰ ਰਹੇ ਹਾਂ, ਤੁਸੀਂ ਦੱਸਿਆ ਸੀ ਵੀ ਇੱਥੇ ਤੁਸੀਂ ਰਹਿ ਰਹੇ ਹੋ ਆਪਣੇ ਪਰਿਵਾਰ ਸਮੇਤ, ਤੁਹਾਡਾ ਬੇਟਾ ਆ, ਤੇ ਸਨਮਾਨ ਇਹਨੇ ਮਿਲੇ ਨੇ ਕਿ ਇੱਕ ਇਹ ਚੀਜ਼ ਰਹਿੰਦੀ ਵੀ ਰੱਖਣ ਨੂੰ ਜਗ੍ਹਾ ਨਹੀਂ ਹੈਗੀ। ਤਾਂ ਇਹ ਤਰਾਸਦੀ ਸਾਹਿਤ ਦੇ ਵਿੱਚ ਸਾਹਿਤਕਾਰਾਂ ਦੇ ਨਾਲ ਜ਼ਰੂਰ। ਇਹ ਇੱਕ ਗੱਲ ਸੁਣੋ, ਜਿਨ੍ਹਾਂ ਕੋਲ ਥਾਂ ਹੈਗੀ ਉਹਨਾਂ ਕੋਲ ਸਨਮਾਨ ਨਹੀਂ। ਮੈਂ ਤੁਹਾਨੂੰ ਦੱਸਾਂ, ਉਹਨਾਂ ਦੇ ਪੱਲੇ ਕੱਖ ਨਹੀਂ। ਉਹਨਾਂ ਦੀ ਕਿਤਾਬ ਜਿਹੜੀ ਹੈ ਨਾ, ਉਹ ਕੀ ਕਹਿੰਦੇ ਨੇ, ਉਹ ਜਿਹੜੀ ਡੀਲੈਕਸ ਅੱਛਾ, ਇਹ ਛਪਦੀਆਂ ਨੇ। ਹਾਂ, ਡਿਜੀਟਲ ਛਪਦੀਆਂ। ਉਹਨਾਂ ਦੀ ਕਿਤਾਬ ਦੇਖ ਕੇ ਉਹ ਇਹਨਾਂ ਚੁੱਕੇ ਚੁੱਕੇਗਾ, ਉਹ ਚੁੱਕੇਗਾ, ਪਰ ਜਦੋਂ ਉਹ ਪੜ੍ਹਦਾ ਉਹ ਉਹਨੂੰ ਮਾਰਦਾ ਭਗਾ ਕੇ। ਉਹ ਇੱਥੇ ਬੈਠਾ ਹੈ ਨਾ, ਇਹ ਪੁਆਂਦੀ ਦੇ ਉੱਤੋਂ ਦੀ ਜਾਵੇਗੀ ਚੱਕਰ ਖਾਂਦੀ। ਤੇ ਅੱਜ ਕੱਲ੍ਹ ਫਿਰ ਤੁਸੀਂ ਹੁਣ ਕੀ ਲਿਖ ਰਹੇ ਹੋ? ਕੋਈ ਹਾਲ ਹੀ 'ਚ ਕੁਝ ਲਿਖਿਆ ਹੋਵੇ, ਫਿਰ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ। ਮੈਂ ਚਾਹੂੰਗਾ ਕੁਝ ਸਾਨੂੰ ਜ਼ਰੂਰ। ਮੈਂ ਅੱਜ ਕੱਲ੍ਹ ਦੇਖੋ, ਗੱਲ ਸੁਣੋ, ਜੋ ਆਲੇ ਦੁਆਲੇ ਵਾਪਰ ਰਿਹਾ ਹੈ, ਇਹਦੇ ਉੱਤੇ ਮੇਰੀ ਪੱਕੀ ਨਜ਼ਰ ਹੈ। ਮੈਂ ਉਹਦੇ ਵਿੱਚੋਂ ਹੀ ਲਿਖਾਂਗਾ ਜੋ ਕੋਈ ਲਿਖਾਂਗਾ, ਬਸ। ਤੇ ਇੱਕ ਹਾਲ ਹੀ ਦੇ ਵਿੱਚ ਤੁਸੀਂ ਹੁਣ ਕਰ ਰਹੇ ਸੀ, ਮੈਂ ਕਹੂੰਗਾ ਇੱਕ ਵਾਰ ਜ਼ਰੂਰ ਇੱਕ ਅਖੀਰ ਦੇ ਵਿੱਚ ਕੋਈ ਹੋਰ ਰਚਨਾ ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਹਾਂ, ਮੈਂ ਹੁਣ ਦੱਸਣ ਲੱਗਾ। ਤਰਕ ਹੈ ਆਪਣੀ ਜਗ੍ਹਾ, ਜੀ, ਵਿਸ਼ਵਾਸ ਹੈ ਆਪਣੀ ਜਗ੍ਹਾ, ਇੱਕ ਦੀ ਹਰ ਪਾਸਿਓਂ ਖੁੱਲੀ ਉਡਾਰੀ, ਇੱਕ ਹਰ ਇੱਕ ਪਾਸਿਓਂ ਪਾਬੰਦ ਹੈ, ਜਾਂ ਕਹੋ ਇੱਕ ਚਾਰ ਦੀਵਾਰੀ ਜਿਹੀ ਵਿੱਚ ਬੰਦ ਹੈ। ਇਹ ਛੋਟੀ ਜਿਹੀ ਕਵਿਤਾ ਹੈ, ਅਰਥ ਬਹੁਤ ਵੱਡੇ ਨੇ। ਹਾਂ, ਅਰਥ ਬਹੁਤ ਵੱਡੇ ਰੱਖਦੀ ਹੈ। ਤੂੰ ਚਲ ਬਸ ਹੁਣ ਸਮਾਪਤੀ। ਜੀ ਸ਼ਨਾ ਜੀ, ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਗੱਲਾਂ ਤਾਂ ਦੇਖੋ ਕਈ ਹੁੰਦੀਆਂ ਨੇ, ਕਿੰਨਾ ਕੁਝ ਹੁੰਦਾ, ਪਰ ਚਲੋ ਸਾਡੇ ਕੋਲ ਸਮਾਂ ਇੰਨਾ ਸੀ ਤੇ ਇਸ ਗੱਲਬਾਤ ਲਈ ਸਮਾਂ ਕੱਢਿਆ। ਇਹ ਬਹੁਤ ਹੈ। ਤੁਸੀਂ ਮੇਰਾ ਖਿਆਲ ਹੈ ਕਿੰਨਾ ਸਮਾਂ ਦਿੱਤਾ? ਆਪਾਂ ਨੂੰ 1 ਘੰਟਾ ਹੋ ਗਿਆ ਜੀ। ਪੂਰਾ 1 ਘੰਟਾ? ਉਹ 1 ਘੰਟਾ ਬਹੁਤ ਹੁੰਦਾ ਹੈ ਜੀ। ਜੇ ਉਹਦਾ ਗਾਹ ਪਾਈ ਜਾਣਾ ਤੇ ਗਾਹ ਤਾਂ ਮੁੱਕਦਾ ਹੀ ਨਹੀਂ। ਤੇ ਮੈਂ ਬੱਤੀ ਨਾਲ ਬੱਤੀ ਲਾਈ ਜਾਵਾਂਗਾ, ਦੀਵੇ ਬਲੀ ਜਾਣਗੇ। ਜੀ ਜੀ। ਦੀਵਾਲੀ ਇਹਨੇ ਨਕਲੀ ਦੀਵਾਲੀ ਵੀ ਸਾਨੂੰ ਦਿਖਾਤੀ ਮੋਦੀ ਸਾਹਿਬ ਨੇ। ਇਹ ਤਾਂ ਬਹੁਤ ਕੁਝ ਦਿਖਾਤਾ ਜੀ। ਇਹ ਥਾਲੀਆਂ ਵੀ ਖੜਕਾ ਆ ਦੇਖ ਲਓ, ਜਹਾਜ਼ ਹੁਣੇ ਆ ਗਿਆ, ਕਹਿੰਦੇ ਵੀ ਉਹਨਾਂ ਦੇ ਖਿਲਾਫ ਗੱਲ ਨਹੀਂ ਕਰ ਰਹੀ ਤੁਸੀਂ। ਠੀਕ ਆ, ਤੁਹਾਡੀ ਆਵਾਜ਼ ਬੰਦ ਕਰਨ ਨੂੰ ਆ ਗਿਆ ਮੌਕੇ ਦੇ ਉੱਤੇ ਵੀ ਤੁਸੀਂ ਭਾਈ ਸਰਕਾਰ ਦੇ ਖਿਲਾਫ ਨਹੀਂ ਬੋਲਣਾ, ਹੋਰ ਕਿਤੇ ਸਾਡੇ ਚੈਨਲ ਤੇ ਵੀ ਸਟ੍ਰਾਈਕ ਆ ਜਾਏ। ਤੁਸੀਂ ਦੱਸੋ
ਤੇ ਬਹੁਤ ਬਹੁਤ ਸ਼ੁਕਰੀਆ ਸ਼ਿਵਨਾਥ ਜੀ ਸਾਰੀ ਗੱਲਬਾਤ ਕਰਨ ਲਈ। ਉਮੀਦ ਹੈ ਕਿ ਤੰਦਰੁਸਤ ਤੁਸੀਂ ਰਹੋ। ਮੈਨੂੰ ਜਿੰਨਾ ਤੁਸੀਂ ਹਸਾਇਆ ਇਹਨਾਂ ਕਿਸੇ ਪਾਠਕ ਨੇ ਨਹੀਂ ਹਸਾਇਆ। ਅੱਛਾ, ਇਹ ਚਲੋ ਸਾਡੇ ਲਈ ਮਾਣ ਵਾਲੀ ਗੱਲ ਹੈ। ਉਹ ਮੈਂ ਕਹਿੰਦਾ ਵੀ ਤੂੰ ਬੰਦਾ ਹੀ, ਮੈਂ ਤੈਨੂੰ ਪਹਿਲਾਂ ਤਾਂ ਇਹ ਕਿਹਾ ਵੀ ਇਹ ਮੁੰਡੂ ਜਿਹਾ ਕਰੇਗਾ ਕੀ ਮੇਰੇ ਨਾਲ। ਅੱਛਾ, ਹੁਣ ਜਦੋਂ ਬੋਲਣ ਲੱਗਾ, ਇਹ ਬੋਲਣ ਤੋਂ ਹਟਣ ਨੂੰ ਦਿਲ ਨਹੀਂ ਕਰਦਾ ਇਹਦਾ, ਤੇ ਨਾ ਮੇਰਾ ਜਾਨ ਛਡਾਉਣ ਨੂੰ ਦਿਲ ਕਰਦਾ। ਚਲ, ਤੇ ਬੜਾ ਚੰਗਾ ਲੱਗੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।